के सुतोल धाम धीरता के तेरा धर, धर्म के सुतोल धाम धीरता के तेरा धर, धर धर मोद सो विनोद बरसत है, धर धर मोद सो विनोद बरसत है। सोहने सजीले राग रंग में रंगीले, सोहने सजीले राग रंग में रंगीले, नैन बांकरे छबीले छैल मौज दरसत है, नैन बांकरे छबीले छैल मौज दरसत है। संतन सो आछो मेल मीतन सो हासी खेल, संतन सो आछो मेल मीतन सो हासी खेल, दूतन सो ठेला ठेल सेल सरसत है, ठेल ठेल सेल सरसत है। श्री गुरु गोबिंद सिंह जू के लाडले सपूत, श्री गुरु गोबिंद सिंह जू के लाडले सपूत, जोधे फतेह सिंह नाम जापे हर सत। निहंग गुरु गोबिंद सिंह जी दे खालसे दा एक उत्तम रूप। ਇਹ ਧਰਮੀ ਯੋਧੇ ਗੁਰੂ ਜੀ ਦੇ ਆਪਣੇ ਸਮੇਂ ਦੇ ਸਿੱਖਾਂ ਦੀ ਯਾਦ ਤਾਜ਼ਾ ਕਰਵਾ ਦਿੰਦੇ ਨੇ। ਆਪਣੀ ਮੌਜ ਵਿੱਚ ਮਸਤ, ਸਾਧੂਆਂ ਦੀ ਸੰਗਤ ਵਿੱਚ ਜੀਣ ਵਾਲੇ ਤੇ ਪ੍ਰਭੂ ਦੇ ਰੰਗ ਵਿੱਚ ਥੀਣ ਵਾਲੇ ਇਹਨਾਂ ਬਾਂਕੇ ਛਬੀਲੇ ਨਿਹੰਗ ਸਿੰਘਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲੇ ਸਪੂਤ ਵੀ ਕਿਹਾ ਜਾਂਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲੇ ਸਪੂਤ। ਗੁਰੂ ਕਲਗੀਧਰ ਦੀ ਫੌਜ ਆ ਨਿਹੰਗ ਸਿੰਘਾਂ ਦੀ ਜੀ, ਤੇ ਗਰੀਬ ਫੌਜ ਆ। ਰਾਜੇ ਮਹਾਰਾਜੇ ਵੀ ਆਏ, ਰਾਜੇ ਜੋਗੀ ਵੀ ਆਏ, ਤੇ ਹਠੀ ਤਪੀ ਯੋਧੇ ਐ, ਸੂਰਮੇ ਆ ਜੀ। ਇਹਨਾਂ ਦਾ ਸਾਰਿਆਂ ਨੂੰ ਕਰੜਾ ਪਹਿਰਾ ਇਹਨਾਂ ਦਾ। 12 ਮਹੀਨੇ ਇਹਨਾਂ ਨੇ ਨਵਾਂ ਹੀ ਚੁੱਲ੍ਹਾ ਤਾਉਣਾ ਜਾ ਕੇ। ਅੱਜ ਬੜਾ ਇੱਥੇ ਆ, ਕੱਲ ਨੂੰ ਪਤਾ ਨਹੀਂ ਕਿੱਥੇ ਹੋਣਾ ਕਿੱਥੇ ਨਹੀਂ ਹੋਣਾ। ਤੇ 12 ਮਹੀਨੇ ਨੀਲੀ ਛੱਤ ਥੱਲੇ ਰਹਿਣਾ, ਕਿਤੇ ਕਮਰੇ 'ਚ ਨਹੀਂ ਪੈਣਾ। ਮੀਂਹ ਆਵੇ ਹਨੇਰੀ ਆਵੇ, ਬਸ ਆਪਦੇ ਘੋੜੇ ਦੇ ਕੋਲ ਹੀ ਪਹਿਰਾ ਰੱਖਣਾ, ਤੇ ਆਪਦਾ ਹੀ ਲੰਗਰ ਸਜਾਉਣਾ ਲੋਹੇ ਦੇ ਬਰਤਨਾਂ ਦੇ ਵਿੱਚ, ਤੇ ਖੂਹ ਦਾ ਜਲ ਲੈਣਾ। ਚਾਹੇ ਫਿਰ ਜਿਹੜਾ ਆਪਣਾ ਹੁਣ ਮੋਟਰਾਂ ਚੱਲੀਆਂ ਇਹਨਾਂ ਦਾ, ਨਲਕਿਆਂ ਦਾ ਜਲ ਨਹੀਂ ਵੜਨਾ। ਹਠੀ ਤਪੀ ਯੋਧੇ ਸੂਰਮੇ ਆ। ਨਿਹੰਗ ਸਾਨੂੰ ਇਉਂ ਕਹਿੰਦੇ ਨੇ, ਨਿਹੰਗ ਕਹਿੰਦੇ ਨੇ ਮਗਰਮੱਛ ਨੂੰ ਔਰ ਬੱਬਰ ਸ਼ੇਰ ਨੂੰ। ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬੱਬਰ ਸ਼ੇਰ ਹਾਂ, ਮਗਰਮੱਛ ਹਾਂ ਜੰਗ ਦੇ ਮੈਦਾਨ ਵਿੱਚ। ਇਸ ਕਰਕੇ ਅਸੀਂ ਗੁਰੂ ਕੇ ਨਿਹੰਗ ਆ। ਇਹ ਹੰਗ ਹੰਗਤਾ ਤੋਂ ਰਹਿਤ, ਕਾਮ ਕ੍ਰੋਧ ਲੋਭ ਮੋਹ ਤੋਂ ਰਹਿਤ, ਦੁਈ ਦਵੈਤ ਤੋਂ ਰਹਿਤ, ਲੱਭ ਤੋਂ ਹੰਕਾਰ ਤੋਂ ਰਹਿਤ। ਮਨ ਹੈ ਬਸ, ਮਨ ਮਰ ਜਾਂਦਾ। ਸਾਧ ਮੰਨਣਾ ਪੈਂਦਾ। ਜਿਵੇਂ ਕੋਈ ਸਾਧੂ ਆ, ਸਾਧ ਕੀ ਹਰੇਕ ਬੰਦੀ ਸਾਧੀਆਂ ਸਿੱਖ ਰੱਖਦੇ ਹੋ। ਸਾਡੇ 'ਚ ਕੀ ਫਰਕ ਹੈ? ਨਾ ਅਸੀਂ ਕਿਤੇ ਆਏ ਦੇਖਣਾ ਵੀ ਇੱਥੇ ਮੰਜਾ ਮਿਲੂ ਜਾਂ ਨਾ ਮਿਲੂ। ਮੰਜੇ ਸਾਡੇ ਕੋਲੇ ਕਿੱਥੇ ਹੁੰਦੇ? ਜਿੱਥੇ ਪਏਗੀ ਜਗ੍ਹਾ ਮਿਲ ਗਈ ਆਸਨ ਨਾਲ ਨਹੀਂ ਕਿ ਨਹੀਂ ਪਏਗਾ। ਮਨ ਹੈ ਪਹਿਲਾਂ ਬਾਬਾ ਜੀ, ਮਨ ਮਾਰੋ। ਤਨ ਜੋ ਤੇ ਕੋ ਮੁਕਤੇ ਹਰ ਚਿਤ ਮੈਂ ਜੁੱਧ ਵਿਚਾਰੈ, ਦੇਹ ਅਨਿਤ ਨ ਨਿਤ ਰਹਿ, ਜਸ ਨਾਵ ਚੜ੍ਹੈ ਭਵ ਸਾਗਰ ਤਾਰੈ, ਤੀਜ ਤਾਂ ਮਨਾ ਇਹ ਤਾਂ ਬੁੱਧ ਸੰਦੀਪ ਜਿਉ ਜਿਆਰੈ, ਗਿਆਨੈ ਕੀ ਬੜਨੀ ਮਨੁ ਹਾਥ ਲੈ, ਕਾਤਰ ਦਾ ਕੁਤਬਾਰ ਬਹਾਰੈ। ਜਦੋਂ ਬਾਹਰਲੇ ਦੁਸ਼ਮਣਾਂ ਨੂੰ ਤੇ ਜ਼ਾਲਮਾਂ ਨੂੰ ਨਾਸ਼ ਕਰਨ ਵਾਸਤੇ ਸ੍ਰੀ ਸਾਹਿਬ ਗੁਰੂ ਮਹਾਰਾਜ ਨੇ ਖਾਲਸੇ ਪੰਥ ਨੂੰ ਧਾਰਨ ਕਰਾਈ ਹੈ। ਇਸ ਤਰ੍ਹਾਂ ਗਿਆਨ ਦੀ ਤਲਵਾਰ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਜਿਹੜੇ ਸਰੀਰ ਦੇ ਕਾਮ ਕ੍ਰੋਧ ਲੋਭ ਸਰੀਰ ਨੂੰ ਨਾਸ਼ ਕਰਨ ਵਾਲੇ ਹਨ, ਇਹਨਾਂ ਦਾ ਗਿਆਨ ਰੂਪੀ ਤਲਵਾਰ ਨਾਲ ਨਾਸ਼ ਕਰਨ ਵਾਸਤੇ ਗੁਰੂ ਮਹਾਰਾਜ ਦਾ ਹੁਕਮ ਹੈ। ਗੁਰੂ ਕੇ ਸਿੱਖਾਂ ਦਾ ਸਾਰਿਆਂ ਨੇ ਪਿਆਰ। ਕੋਈ ਐਸੀ ਗੱਲ ਨਹੀਂ ਹੁੰਦਾ ਵੀ ਜਾਣਾ ਗੁਰੂ ਦਾ ਸਿੱਖ ਜਿਹੜਾ ਉਹ ਕਿਸੇ ਨਾਲ ਹੀ ਵਿਰੋਧ ਨਹੀਂ ਕਰਦਾ। ਉਹ ਤਾਂ ਸਾਰਿਆਂ ਨੂੰ ਇੱਕ ਹੀ ਸਮਝਦਾ ਵੀ ਜੇ ਮਾਨਸ ਕੀ ਜਾਤ ਸਭ ਮਾਨਸ ਹੀ ਪਛਾਣ। ਮਨੁੱਖ ਦੀ ਜਾਤ ਮਨੁੱਖ ਹੀ ਹੁੰਦਾ। ਖਾਲਸਾ ਸ਼ਾਂਤੀ ਦਾ ਪੁਜਾਰੀ ਹੈ। ਖਾਲਸੇ ਦੇ ਅੰਦਰ ਸਭ ਨਾਲ ਪਿਆਰ ਹੈ। ਖਾਲਸਾ ਸਭ ਦਾ ਸੰਗੀ ਹੈ, ਸਾਥੀ ਹੈ। ਉਹ ਗਰੀਬ ਦੀ ਰੱਖਿਆ ਕਰਨ ਵਾਸਤੇ ਆ, ਗਊ ਗਰੀਬ ਦੀ ਰੱਖਿਆ ਕਰਨ ਵਾਸਤੇ ਆ। ਜਿੱਥੇ ਕੋਈ ਜ਼ੁਲਮ ਹੁੰਦਾ ਉੱਥੇ ਜ਼ੁਲਮ ਨਾਲ ਟੱਕਰ ਲੈਣ ਵਾਸਤੇ ਆ। ਮਰਜ਼ਾਦਾ ਗੁਰੂ ਨਾਨਕ ਦੀ ਜਿਹੜੀ ਆ ਰਹੀ ਹੈ। ਜਿਵੇਂ ਗੁਰੂ ਨਾਨਕ ਜੀ ਆਏ ਤੇ ਉਹਨਾਂ ਨੂੰ ਕਿਹਾ ਜੀ ਤੁਸੀਂ ਜਨੇਊ ਪਾਓ, ਤੇ ਮਰ ਗਿਆ ਜਨੇਊ ਪਾਉਣ ਦਾ ਕੀ ਫਾਇਦਾ? ਦਇਆ ਕਪਾਹ ਸੰਤੋਖ ਸੂਤ। ਮਰ ਗਿਆ ਦਇਆ ਚਾਹੀਦੀ ਹੈ। ਕਪਾਹ ਤਾਂ ਜਿੱਥੇ ਸੰਤੋਖ ਜੇ ਸੂਤ ਆ, ਉਹ ਸੰਤੋਖ ਹੋਣਾ ਚਾਹੀਦਾ, ਸੰਤੋਖੀ ਹੋਣਾ ਚਾਹੀਦਾ। ਤੇ ਜਦੋਂ ਉਹ ਜਨੇਊ ਨੂੰ ਜ਼ਬਰਦਸਤੀ ਉਹ ਰੰਗ ਜੇ ਲਾਉਣ ਲੱਗਾ ਤੇ ਗੁਰੂ ਤੇਗ ਬਹਾਦਰ ਨੇ ਕਿਹਾ ਮੈਂ ਨਹੀਂ ਲੈਣ ਦੇਣਾ, ਜ਼ਬਰਦਸਤੀ ਨਹੀਂ ਹੋਣ ਦੇਣੀ। ਕਹਿਣ ਦਾ ਭਾਵ ਲੜਾਈ ਲੜਨੀ ਹੈ ਧਰਮ ਤੇ, ਧਰਮ ਤੇ। ਦੀਨ ਮਜ ਗਿਆ ਹਮ ਅਕਾਲੀ ਸਭ ਕੇ ਵਾਲੀ। ਮਾਰੇ ਕਿਹਾ ਇਹ ਅਕਾਲੀ ਬਾਣਾ ਹੈ, ਸਭ ਕਾ ਵਾਲੀ ਹੈ।
ਕਿਸੇ ਧਰਮ ਦੇ ਵੀ ਧੱਕਾ ਨਾ ਹੋਵੇ। ਹਮ ਅਕਾਲੀ ਸਭ ਕੇ ਵਾਲੀ, ਹਮਾਰਾ ਪੰਥ ਨਿਆਰਾ ਹੈ, ਨਿਆਰਾ ਪੰਥ ਆ ਤੇ ਮਤਲਬ ਇਹ ਧਰਮ ਦੇ ਲੜਨ ਵਾਲਾ ਹੈ। ਕਿਸੇ ਦੇ ਨਾਲ ਧੱਕਾ ਨਾ ਹੋਵੇ, ਕਹਿਣ ਦਾ ਭਾਵ ਜਿੱਥੇ ਧਰਮ ਦੀ ਲੋੜ ਪੈ ਧਰਮ ਤੇ ਜੂਝਣ ਵਾਸਤੇ ਹੈ। ਬਾਕੀ ਕਿਸੇ ਦਾ ਬੁਰਾ ਭਲਾ ਨਹੀਂ, ਸਭ ਦਾ ਸਰਬੱਤ ਦੇ ਭਲੇ ਵਾਸਤੇ ਇਹ ਮਹਾਰਾਜ ਸਾਜਣਾ ਪੰਥ ਕੀਤੀ ਹੈ। ਖਾਲਸਾ ਸੋਏ ਨਿਰਧਨ ਕੋ ਪਾਲੇ, ਖਾਲਸਾ ਸੋਏ ਨਿਰਧਨ ਕੋ ਪਾਲੇ, ਖਾਲਸਾ सोए दुष्ट को गाले, खालसा सोए निर्धन को पाले, खालसा सोए निर्धन को पाले, खालसा सोए जो निंदा त्यागे, खालसा सोए लड़े हुए आगे, खालसा सोए परदिष्ट त्यागे, खालसा सोए नाम रत लागे, खालसा सोए गुरु हित लावे, खालसा सोए सार। ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਣਾ ਦੀਨ ਦੁਖੀ ਦੀ ਰੱਖਿਆ ਅਤੇ ਇਨਸਾਫ ਦੀ ਬੁਲੰਦੀ ਲਈ ਕੀਤੀ ਸੀ। ਇਸੇ ਇਤਿਹਾਸਕ ਪ੍ਰਕਿਰਿਆ ਵਿੱਚ ਨਿਹੰਗ ਖਾਲਸੇ ਦਾ ਵਿਸ਼ੇਸ਼ ਰੂਪ ਬਣ ਕੇ ਉੱਭਰੇ। ਸਿੱਖ ਸਮਾਜ ਦੇ ਮਹਾਨ ਸੇਵਕ ਨਵਾਬ ਕਪੂਰ ਸਿੰਘ ਨੇ ਨਿਹੰਗ ਸਿੰਘਾਂ ਦੇ ਦੋ ਦਲ ਬਣਾ ਦਿੱਤੇ ਸਨ। ਇੱਕ ਨੂੰ ਉਹਨਾਂ ਬਾਬਾ ਬੁੱਢਾ ਦਲ ਕਿਹਾ ਤੇ ਦੂਸਰੇ ਨੂੰ ਤਰੁਣਾ ਦਲ। ਤਰੁਣਾ ਦਲ ਨੌਜਵਾਨਾਂ ਦੀ ਸ਼ਕਤੀ ਨੂੰ ਇਕਾਗਰ ਕਰਕੇ ਗਰੀਬ ਗੁਰਬੇ ਦੀ ਰੱਖਿਆ ਕਰਦਾ ਸੀ ਅਤੇ ਮੁਗਲ ਰਾਜ ਦੇ ਜ਼ੁਲਮਾਂ ਦੇ ਵਿਰੁੱਧ ਡਟ ਜਾਂਦਾ ਸੀ। ਇਸੇ ਦਲ ਨੇ ਅਮਨ, ਇਨਸਾਫ ਅਤੇ ਧਰਮ ਦੀ ਰੱਖਿਆ ਲਈ ਯੁੱਧ ਕੀਤਾ। ਬੁੱਢਾ ਦਲ ਇਸ ਜੋਸ਼ ਨੂੰ ਹੋਸ਼ ਦਿੰਦਾ ਸੀ। ਨਿਰਧਨ ਦਾ ਪਾਲਣ ਅਤੇ ਦੁਸ਼ਮਣ ਦਾ ਮੁਕਾਬਲਾ ਦੋਹਾਂ ਦਲਾਂ ਦਾ ਸਾਂਝਾ ਟੀਚਾ ਸੀ। ਜਿੱਥੇ ਬੁੱਢਾ ਦਲ ਸਿੱਖ ਸਿਧਾਂਤ ਦੀ ਰੱਖਿਆ ਕਰਦਾ ਸੀ, ਉੱਥੇ ਤਰੁਣਾ ਦਲ ਸਿੱਖ ਵਿਹਾਰ ਨੂੰ ਅੱਗੇ ਤੋਰਦਾ ਸੀ। ਨਮਸਕਾਰ ਹੈ ਤੀਜਾ ਪੰਥ ਜਾਵਣ ਵਾਲੇ ਨੂੰ, ਉਹ ਅਨੰਦਪੁਰ ਬਹਿ ਕੇ ਕੌਤਕ ਅਬਜਰ ਚਾਇਆ ਸੀ, ਅਮਰਤ ਪਾਣ ਕਰਾ ਕੇ ਗਿੱਦੜਾਂ ਸ਼ੇਰ ਬਣਾਇਆ ਸੀ, ਉਹ ਸਵਾ ਲੱਖ ਨਾਲ ਕੱਲੇ ਨੂੰ ਲੜਾਵਣ ਵਾਲੇ ਨੂੰ, ਨਮਸਕਾਰ ਹੈ ਤੀਜਾ ਪੰਥ ਜਾਵਣ ਵਾਲੇ ਨੂੰ। ਜਿਵੇਂ ਜਿਵੇਂ ਨਿਹੰਗ ਸਿੰਘਾਂ ਦੀ ਫੌਜ ਵਧੀ, ਉਹਨਾਂ ਦੇ ਦਲਾਂ ਦੀ ਗਿਣਤੀ ਵੀ ਵਧਦੀ ਗਈ। ਹਰ ਇੱਕ ਦਲ ਦਾ ਆਪਣਾ ਇੱਕ ਖੇਤਰ ਹੈ ਜਿੱਥੇ ਉਹ ਸਰਗਰਮ ਰਹਿੰਦਾ ਹੈ। ਵਾਹਿਗੁਰੂ ਦਾ ਨਾਮ ਜਪਣ ਅਤੇ ਲੋਕਾਂ ਦੀ ਸੇਵਾ ਕਰਨ ਤੋਂ ਵੱਧ ਉਹਨਾਂ ਦੀ ਕੋਈ ਇੱਛਾ ਨਹੀਂ। ਬੁੱਢਾ ਦਲ ਦੇ ਜਥੇਦਾਰ ਬਾਬਾ ਸੰਤਾ ਸਿੰਘ। ਇਸ ਦਲ ਦਾ ਕੇਂਦਰ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਵਿਖੇ ਹੈ। ਤਰੁਣਾ ਦਲ ਹਰੀਆਂ ਬੇਲਾਂ ਵਾਲੇ ਦੇ ਜਥੇਦਾਰ ਨੇ ਬਾਬਾ ਅਜੀਤ ਸਿੰਘ। ਇਹਨਾਂ ਦਾ ਕੇਂਦਰ ਟਾਂਡਾ ਉੜਮੁੜ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੈ। ਬਾਬਾ ਦਇਆ ਸਿੰਘ ਆਪ ਜਥੇਦਾਰ ਨੇ ਬਾਬਾ ਬਿਧੀ ਚੰਦ ਦਲ ਦੇ, ਜਿਸ ਦਾ ਮੁੱਖ ਸਥਾਨ ਪੱਟੀ ਵਿੱਚ ਹੈ। ਪੁਰਾਤਨ ਤਰੁਣਾ ਦਲ ਦੇ ਸਿੰਘਾਂ ਦੀ ਛਾਉਣੀ ਅਤੇ ਦਲ ਦੇ ਜਥੇਦਾਰ ਬਾਬਾ ਕੁੰਦਨ ਸਿੰਘ। ਦਲ ਦਾ ਮੁੱਖ ਸਥਾਨ ਹੈ ਪਿੱਖੀ ਪਿੰਡ। ਗੁਰੂ ਨਾਨਕ ਦਲ ਮੜੀਆਂ ਵਾਲੇ ਦੇ ਸਿੰਘਾਂ ਦੀ ਛਾਉਣੀ ਅਤੇ ਦਲ ਦੇ ਜਥੇਦਾਰ ਬਾਬਾ ਮਾਨ ਸਿੰਘ। ਇਹਨਾਂ ਦਾ ਮੁੱਖ ਸਥਾਨ ਗੁਰਦਾਸਪੁਰ ਦੇ ਨੇੜੇ ਬਟਾਲਾ। ਬਾਬਾ ਤਰਲੋਕ ਸਿੰਘ ਜਥੇਦਾਰ ਤਰੁਣਾ ਦਲ ਚੌਂਕ ਮਹਿਤਾ। ਛਾਉਣੀ ਮਾਲਵਾ ਤਰੁਣਾ ਦਲ ਦਮਦਮਾ ਸਾਹਿਬ ਅਤੇ ਦਲ ਦੇ ਜਥੇਦਾਰ ਬਾਬਾ ਲਾਲ ਸਿੰਘ।
ਇਹ ਛਾਉਣੀ ਹੈ ਬਾਬਾ ਵੀਰ ਸਿੰਘ ਮਿਸਲ ਦੇ ਨਿਹੰਗ ਸਿੰਘਾਂ ਦੀ। ਇਸ ਮਿਸਲ ਯਾਨੀ ਦਲ ਦੇ ਜਥੇਦਾਰ ਨੇ ਬਾਬਾ ਬਲਕਾਰ ਸਿੰਘ। ਵੱਖ-ਵੱਖ ਛਾਉਣੀਆਂ ਵਿੱਚ ਬੈਠੀ ਗੁਰੂ ਦੀ ਇਸ ਖਾਲਸਾ ਫੌਜ ਵਿੱਚ ਸਮਾਨਤਾ ਹੈ ਉਸ ਅਧਿਆਤਮਿਕ ਟੀਚੇ ਦੀ ਜਿਸ ਦੀ ਪ੍ਰੇਰਣਾ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ। ਬਾਬਾ ਜੀ ਜਥੇਦਾਰ ਦੀ ਚੋਣ ਕਿੱਦਾਂ ਹੁੰਦੀ ਹੈ? ਜਥੇਦਾਰ ਦੀ ਚੋਣ ਜਿਹੜੀ ਹੈ ਉਹ ਸਾਡੇ ਵਿੱਚ ਇਸ ਤਰ੍ਹਾਂ ਵੋਟ ਨਹੀਂ ਪੈਂਦੇ, ਹੋਰ ਕੋਈ ਕਿਸੇ ਦੇ ਮਸਲਾ ਮਸ਼ਵਰਾ ਨਹੀਂ ਹੁੰਦਾ। ਜਦੋਂ ਜਥੇਦਾਰ ਪਹਿਲਾ ਚੜ੍ਹਾਈ ਕਰ ਜਾਂਦਾ ਹੈ ਫਿਰ ਸਾਰੀ ਸੰਗਤ ਇਕੱਤਰ ਹੁੰਦੀ ਹੈ ਮਹਾਰਾਜ ਦੀ ਤਾਬਿਆ 'ਚ, ਤੇ ਉਹਨਾਂ 'ਚੋਂ ਫਿਰ ਸਾਰਿਆਂ ਸਿੰਘਾਂ ਉੱਤੇ ਸਿੱਖ ਪੰਥ ਨਿਗਾਹ ਮਾਰ ਲੈਂਦਾ। ਜਿਹੜਾ ਯੋਗ ਪੁਰਸ਼ ਹੋਵੇ ਇਹਦੇ 'ਚ ਕੋਈ ਸਵਾਲ ਨਹੀਂ, ਇਹ ਮਾਝੇ ਦਾ ਹੋਵੇ, ਮਾਲਵੇ ਦਾ ਹੋਵੇ, ਦੁਆਬੇ ਦਾ ਹੋਵੇ, ਹਿੰਦੁਸਤਾਨ ਦੇ ਕਿਸੇ ਵੀ ਜਗ੍ਹਾ ਦਾ ਹੋਵੇ, ਉਹਦੀ ਯੋਗਤਾ ਦੇਖਦੇ ਨੇ ਵੀ ਉਹ ਯੋਗ ਹੈ ਇਸ ਦੇ ਚਲਾਉਣ ਦਾ, ਤੇ ਉਸ ਨੂੰ ਸਾਰੇ ਇੱਕ ਮਤ ਨਾਲ ਪ੍ਰਵਾਨ ਕਰ ਲੈਂਦੇ ਨੇ। ਅੱਜ ਤਾਈਂ ਸਾਡੇ ਵਿੱਚ ਇਹ ਗੱਲ ਨਹੀਂ ਦੇਖਣ 'ਚ ਆਈ ਜਾਂ ਫੁੱਟ ਜਾਂ ਕੋਈ ਪਾਟੋ ਧਾੜ ਜਾਂ ਕੋਈ ਇਹਦੇ ਖਿਲਾਫ ਜਿਹੜਾ ਇੱਕ ਗੁਰਮਤਾ। ਫਿਰ ਸਾਡੇ 'ਚ ਜਥੇਬੰਦੀ ਹੈ ਪੰਜ ਪਿਆਰੇ ਵੀਰ ਦੇ ਵਿੱਚ, ਜੈਸੇ ਦੇਗਿਆ ਸਿੰਘ ਹੈ, ਗ੍ਰੰਥੀ ਸਿੰਘ ਹੈ, ਲਾਂਗਰੀ ਸਿੰਘ ਹੈ, ਨਗਾਰਚੀ ਸਿੰਘ ਹੈ, ਨਿਸ਼ਾਨਚੀ ਸਿੰਘ ਹੈ, ਜਿਹੜੇ ਨਿਸ਼ਾਨ ਲੈ ਕੇ ਅੱਗੇ ਤੁਰਦੇ ਨੇ ਔਰ ਨਗਾਰਾ ਜਿਹੜੇ ਵਜਾਉਂਦੇ ਨੇ ਔਰ ਦੇਗ ਵਰਤਾਉਂਦੇ ਨੇ, ਲੰਗਰ ਵਰਤਾਉਂਦੇ ਨੇ। ਇਹ ਪੰਜ ਪਿਆਰੇ ਮੁਖੀ ਹੁੰਦੇ ਨੇ। ਇਹ ਪੰਜ ਪਿਆਰੇ ਇਕੱਤਰ ਹੋ ਕੇ ਜਿਹੜੀ ਗੱਲ ਕਹਿ ਦੇਣ ਵੀ ਇਹ ਹੋਣਾ ਚਾਹੀਦਾ, ਇਹ ਨਿਰਪੱਖ ਹੁੰਦੇ ਨੇ, ਤੇ ਉਹ ਫਿਰ ਸਾਰਾ ਪੰਥ ਉਸ ਨੂੰ ਪ੍ਰਵਾਨਗੀ ਦਿੰਦਾ ਹੈ। ਪ੍ਰਵਾਨ ਕਰਕੇ ਉਹ ਉਸ ਤਰ੍ਹਾਂ ਜਥੇਦਾਰ ਬਣਾ ਲੈਂਦੇ ਨੇ। ਸਾਡੇ ਨਿਹੰਗ ਸਿੰਘਾਂ ਵਿੱਚ ਇਹ ਹੈ ਕਿ ਸਾਡੇ ਨਿਹੰਗ ਸਿੰਘਾਂ ਦਾ ਜਥੇਦਾਰ ਘੋੜਿਆਂ ਦੀ ਲਿੱਦ ਵੀ ਹਟਾ ਸਕਦਾ ਹੈ, ਝਾੜੂ ਵੀ ਦੇ ਸਕਦਾ ਹੈ, ਲੰਗਰ ਵੀ ਪਕਾ ਸਕਦਾ ਹੈ, ਜਲ ਵੀ ਛਕਾ ਸਕਦਾ ਹੈ। ਸਾਰੀ ਸੇਵਾ, ਕਿਉਂਕਿ ਸਾਡੇ ਸਤਿਗੁਰੂ ਸਾਹਿਬ ਵੀ ਸਾਰੀ ਸੇਵਾ ਕਰਦੇ ਸਨ, ਤੇ ਜਥੇਦਾਰ ਤਾਂ ਇੱਕ ਸੰਗਤ ਨੇ ਮਾਣ ਹੀ ਬਖਸ਼ਿਆ ਹੁੰਦਾ। ਬਾਕੀ ਸਿੱਖੀ ਤਾਂ ਜਿਹੜੀ ਹੈ, ਜੋ ਸਿਧਾਂਤ ਨੇ, ਜੋ ਸਾਨੂੰ ਮਤਲਬ ਗੁਰੂ ਸਾਹਿਬਾਂ ਦੀ ਦੇਣ ਜਾਂ ਸਤ ਸੰਗਤ ਦੀ ਦੇਣ, ਉਹਦੇ ਅਨੁਸਾਰ ਗੁਰਸਿੱਖ ਸੇਵਾਦਾਰ ਵੀ ਹੈ ਨਾ। ਜਥੇਦਾਰੀ ਤਾਂ ਠੀਕ ਹੈ, ਪੰਥ ਨੇ ਸੰਗਤ ਨੇ ਬਖਸ਼ੀ ਹੈ। ਤੇ ਬਾਕੀ ਇੱਥੇ ਗੁਰੂ ਘਰ ਵਿੱਚ ਸੇਵਾ ਕਰਕੇ ਹੀ ਮਾਣ ਮਿਲਦਾ ਹੈ। मुल्क उसे को ना है निशानी, मुल्क उसे को ना है निशानी, खड़े सोवे ओ चलते खाए, नह बैठे वे किते गिराए, नह बैठे वे किते गिराए, नह बैठे ਜ਼ਿੰਦਗੀ ਦੇ ਸਵਾਦਾਂ ਤੋਂ ਮੁਕਤ ਹੋ ਕੇ ਜੀਣ ਵਾਲੇ ਨਿਹੰਗ ਸਿੰਘ ਸੰਸਾਰਕ ਮੋਹਾਂ ਨੂੰ ਲਤਾੜ ਕੇ ਚੱਲਦੇ ਨੇ। ਉਹ ਬੈਠਦੇ ਨੇ ਛਾਉਣੀ ਪਾ ਕੇ ਤੇ ਚੱਲਦੇ ਨੇ ਵਹੀਰ ਬਣ ਕੇ। ਸਾਰੀ ਧਰਤੀ ਉਹਨਾਂ ਦਾ ਘਰ ਹੈ ਅਤੇ ਆਕਾਸ਼ ਉਸ ਘਰ ਦੀ ਛੱਤ। ਪਰ ਉਹ ਘਰ ਕਾਟ, ਖਾਣਾ ਪੀਣਾ, ਸੁੱਖ ਦੁੱਖ ਅਤੇ ਗਰਮੀ ਸਰਦੀ ਦੇ ਖਿਆਲ ਤੋਂ ਉੱਤੇ ਉੱਠ ਕੇ ਗੁਰੂ ਦੇ ਦਰਸਾਏ ਰਾਹ ਤੇ ਚੱਲਦਿਆਂ ਮਰ ਮਿਟਣ ਦੀ ਇੱਛਾ ਵਿੱਚ ਜਿਉਂਦੇ ਨੇ। ਸਿਮਰਨ ਤੇ ਸੇਵਾ ਦੇ ਇਹਨਾਂ ਵਪਾਰੀਆਂ ਦੀ ਕਮਾਈ ਹੈ ਇੱਕ ਦੀਵਾਨਗੀ, ਆਪਣੇ ਗੁਰੂ ਦੇ ਪੰਥ ਤੇ ਚੱਲਣ ਦੀ ਦੀਵਾਨਗੀ। ਗੁਰੂ ਦੇ ਮਾਰਗ ਦੀ ਇਹ ਯਾਤਰਾ ਉਸ ਨਦੀ ਦੇ ਤੁਲ ਹੈ ਜੋ ਕਿਤੇ ਨਹੀਂ ਰੁਕਦੀ। ਇੱਕ ਐਸਾ ਵਹਿਣ ਜੋ ਅਟੁੱਟ ਹੈ, ਐਸਾ ਵਹਿਣ ਜੋ ਨਿਰਵੈਰ ਹੈ, ਨਿਰਭਉ ਹੈ, ਜਿਸ ਵਿੱਚ ਜੀਣ ਦੀ ਲਾਲਸਾ ਤਾਂ ਹੈ ਪਰ ਮਰਨ ਦਾ ਡਰ ਉੱਕਾ ਹੀ ਨਹੀਂ। मूल ना डरे, मरने ते वे मूल ना डरे, मरने ते वे मूल ना डरे, मरने ते वे। ਨਿਹੰਗ ਸਿੰਘ ਜੀ ਆਮ ਤੌਰ ਤੇ ਚੱਲਦੇ ਵਹੀਰ ਵਿੱਚ ਹੀ ਰਹਿੰਦੇ ਹਨ। ਉਹ ਕਿਧਰੇ ਛਾਉਣੀ ਪੱਕੀ ਕਿਉਂ ਨਹੀਂ ਪਾਉਂਦੇ? ਖਾਲਸਾ ਜਿਹੜਾ ਇਹ ਸਤਿਗੁਰੂ ਜੀ ਦੇ ਇਹ ਬਾਣੀ ਤੇ ਬਾਣਾ ਅਤੇ ਨਿਸ਼ਾਨ ਧੌਂਸਾ ਲੈ ਕੇ ਦੇਸਾਂ ਪ੍ਰਦੇਸਾਂ 'ਚ ਵਿਚਰਦਾ ਹੈ, ਤੇ ਗੁਰੂ ਸਾਹਿਬ ਦਾ ਜਿਹੜਾ ਬਾਣਾ ਹੈ ਇਹਨੂੰ ਕੋਣੇ ਕੋਣੇ ਤੇ ਦਰਸਾਉਂਦੇ ਹੈ, ਦਰਸ਼ਨ ਸੰਗਤਾਂ ਨੂੰ ਕਰਵਾਉਂਦੇ ਹੈ, ਚੱਲਦੇ ਫਿਰਦੇ ਰਹਿੰਦੇ ਹੈ। ਇਹਨਾਂ ਨੂੰ ਬਹਿਣ ਦਾ ਹੁਕਮ ਨਹੀਂ ਹੈ। ਗੁਰੂ ਕੇ ਧਾਮਾਂ ਤੇ ਜਾਣਾ, ਜੋੜ ਮੇਲੇ ਮਨਾਉਣੇ, ਸਤਿਗੁਰੂ ਜੀ ਦੇ ਧੂਮ ਧਾਮ ਨਾਲ ਲੰਗਰ ਚਲਾਣੇ, ਮਹਾਰਾਜ ਜੀ ਦੇ ਦਰਬਾਰ ਸਜਾਣੇ, ਖੰਡ ਪਾਠ ਕਰਨੇ, ਜੋੜ ਮੇਲੇ ਮਨਾ ਕੇ ਫਿਰ ਹੋਲੇ ਮਹੱਲੇ ਖੇਡਣੇ, ਦੌੜਾਂ ਕਰਨੀਆਂ, ਗੱਤਕੇ ਬਾਜੀ ਖੇਡਣੀ। ਖਾਲਸਾ ਨਾ ਪੱਕੀ ਛਾਉਣੀ ਪਾਵੇ
ਤੇ ਹਰ ਵੇਲੇ ਤਿਆਰ ਬਰ ਤਿਆਰ ਰਵੇ, ਇਹ ਵੀ ਇਹਨਾਂ ਨੂੰ ਹਦਾਇਤ ਸਤਿਗੁਰਾਂ ਦੀ ਦਿੱਤੀ ਹੋਈ ਹੈ। ਹਾਂਜੀ, ਖਾਲਸਾ ਘੋੜਿਆਂ ਦੀਆਂ ਕਾਠੀਆਂ ਤੇ ਪਹਿਲੇ ਇਤਿਹਾਸ ਵੀ ਆਉਂਦੇ ਆ ਜੀ। ਉਹਦੇ ਖਾਲਸਾ ਜਿਹੜਾ ਹੈ ਘੋੜਿਆਂ ਦੀਆਂ ਕਾਠੀਆਂ ਤੇ ਸਾਂ ਕਰਦਾ। ਜੰਗ ਯੁੱਧ ਦੇ ਸਮੇਂ ਬਹੁਤ ਭਿਆਨਕ ਹੁੰਦੇ ਸੀ ਤੇ ਕਾਹਨੂੰਵਾਲ ਦੇ ਸ਼ਾਮ ਵਿੱਚ ਖਾਲਸਾ ਪੰਥ ਰਹਿੰਦੇ ਹੁੰਦੇ ਸੀ ਤੇ ਉੱਥੇ ਵੀ ਘੋੜਿਆਂ ਦੀਆਂ ਕਾਠੀਆਂ ਤੇ ਹੀ ਬਰਾਜਦੇ ਸੀ। ਘੋੜਿਆਂ ਤੋਂ ਵੀ ਨਹੀਂ ਸੀ ਉਤਰਦੇ ਤੇ ਜੰਗ ਵੀ ਕਰਨਾ ਤੇ ਮਹਾਰਾਜ ਦੀ ਬਾਣੀ ਵੀ ਨਾਲ ਪੜ੍ਹਨੀ, ਆਸਾ ਦੀ ਵਾਰ ਦੇ ਕੀਰਤਨ ਵੀ ਕਰਨੇ ਤੇ ਨਿਤਨੇਮ ਵੀ ਨਾਲ ਰੱਖਣਾ। ਆਪਣੀ ਮਰਜ਼ਾਦਾ ਹੈ ਪਹਿਲਾਂ ਨਿਤਨੇਮ ਕਰਨਾ, ਫਿਰ ਲੰਗਰ ਦੇਗ ਵਰਤਣਾ, ਗੱਫੇ ਪਾਣੀ ਦੇਗਾ ਛਕ ਕੇ ਉਸ ਤੋਂ ਬਾਅਦ ਚਾਲਾ ਕਰਨਾ। ਨਿਸ਼ਾਨ ਧੌਂਸਿਆਂ ਦਾ ਅਰਦਾਸਾ ਸੋਧ ਕੇ ਅਸੀਂ ਚਾਲਾ ਪਵਾ ਦਿੰਦੇ। ਅਗਲਾ ਪੜਾਅ ਦੱਸ ਦਿੰਦੇ ਵੀ ਫਲਾਣੇ ਪੜਾਅ ਤੇ ਸਿਪਾਹੀ ਚੱਲਣਾ। ਤੇ ਦੂਸਰੀ ਸਾਡੀ ਪਹਿਲਾਂ ਅਸੀਂ ਪਾਲਕੀ ਚਲਾਉਂਦੇ ਸੀ, ਗੁਰੂ ਮਹਾਰਾਜ ਦੀ ਗੱਡੀ ਜਿਹੜੀ ਛੋਟੀ। ਹੁਣ ਮੈਂ ਟਰੱਕ ਚਲਾਉਣਾ। ਹਾਂਜੀ, ਬਰਤਨ ਭਾਂਡਾ, ਰਾਸ਼ਨ ਪਾਣੀ, ਸਿੰਘਾਂ ਦਾ ਬਸਤਰ ਲੀੜਾ ਬਿਸਤਰੇ ਉਹ ਸਾਰੇ ਟਰੱਕ 'ਚ ਹੁੰਦੇ ਨੇ। ਕੁਛ ਰੇੜੇ ਨੂੰ ਘੋੜਿਆਂ ਵਾਲੇ ਉਹਦੇ 'ਚ ਹੁੰਦੇ ਨੇ। ਉਹ ਘੋੜਿਆਂ 'ਤੇ ਚੱਕਰ ਨਾਲ ਤੁਰੇ ਜਾਂਦੇ ਨੇ। ਉਹਨਾਂ ਨੂੰ ਕਹੀਦਾ ਭਾਈ ਕਿਸੇ ਦਾ ਲਾਂਭਾ ਰਸਤੇ ਰਸਤੇ ਜਾਣਾ ਹੈ, ਕਿਸੇ ਦਾ ਦਿਲ ਨਹੀਂ ਦਿਖਾਉਣਾ, ਸਿੱਧੇ ਆਪਣੇ ਪੜਾਅ 'ਤੇ ਆਓ। ਸਿਰਫ ਉੱਥੇ ਜਾਂਦੇ ਜਿੱਥੇ ਕੋਈ ਸਾਨੂੰ ਸੱਦੇ। ਉੱਥੇ ਪਹਿਲੀ ਗੱਲ ਹੈ ਜਗ੍ਹਾ ਵੇਖਦੇ ਆ ਵੀ ਇੱਥੇ ਸਾਰੀ ਫੌਜ ਦਾ ਨਿਰਵਾਹ ਹੋ ਜੂ, ਘੋੜੇ ਲੱਗ ਜਾਣਗੇ, ਲੰਗਰ ਦੇਗ ਲੱਗ ਜਾਏਗਾ, ਦਰਬਾਰ ਲੱਗ ਜਾਏਗਾ। ਇਹ ਸਾਰੀ ਸਿੱਟ ਕਰਦੇ ਆ ਚੀਜ਼। ਫਿਰ ਜਥਾ ਸ਼ਕਤ ਜੈਸਾ ਜੈਸਾ ਜਗ੍ਹਾ ਹੁੰਦੀ ਹੈ ਵੈਸਾ ਵੈਸਾ ਉੱਥੇ ਜਿੱਥੇ ਲੰਗਰ ਵਾਲੀ ਜਗ੍ਹਾ ਉੱਥੇ ਲੰਗਰ ਲੱਗ ਜਾਂਦਾ। ਜਿੱਥੇ ਘੋੜੇ ਲੱਗਣੇ ਹੁੰਦੇ ਉੱਥੇ ਘੋੜੇ ਲਾਏ ਜਾਂਦੇ ਨੇ। ਜਿੱਥੇ ਗੱਡੀਆਂ ਖੜ੍ਹਨੀਆਂ ਹੋਣ ਉੱਥੇ ਗੱਡੀਆਂ ਲਾਈਆਂ ਜਾਂਦੀਆਂ। ਜਿੱਥੇ ਦਰਬਾਰ ਦੀ ਜਗ੍ਹਾ ਹੋਵੇ ਉੱਥੇ ਦਰਬਾਰ ਸਜਾਇਆ ਜਾਂਦਾ। ਇਹ ਰੋਜ਼ ਪਹਿਰਾ ਕਰਨਾ ਹੈ ਜਾ ਕੇ। ਬੜਾ ਇੱਕ ਦਿਨ ਦਾ ਹੁੰਦਾ ਹੈ, ਇੱਕ ਰਾਤ ਦਾ ਜਾਂ 2 ਰਾਤਾਂ ਦਾ। ਬਾਬਾ ਜੀ ਜਥੇਦਾਰ ਦੀ ਚੋਣ ਕਿੱਦਾਂ ਹੁੰਦੀ ਹੈ? ਅੰਮ੍ਰਿਤ ਵੇਲੇ 1 ਵਜੇ ਨਗਾਰੇ ਤੇ ਜੋਬ ਲੱਗਦੀ ਹੈ ਜਾਗਣ ਦੀ। ਵੈਸੇ ਤਾਂ ਮਹਾਰਾਜ ਦਾ ਲਿਖਿਆ ਰਿਹਾ ਤੇ ਨਾਮ ਖਾਲਸਾ ਸੋ ਜੋ ਸਦਾ ਸਦ ਜਾਗਤ, ਸਦਾ ਹੀ ਜਾਗਣ ਦਾ ਹੁਕਮ ਹੈ। ਕਿਉਂਕਿ ਨਾਮ ਜੋ ਜਪਣਾ ਸਿਮਰਨ ਕਰਨ ਵਾਸਤੇ ਇਹਨੂੰ ਸਦਾ ਜਾਗਦੇ ਰਹਿਣ ਦਾ, ਸੌਣ ਦਾ ਟਾਈਮ ਨਹੀਂ ਹੈ। ਸੌਣ ਦਾ ਤਾਂ ਟਾਈਮ ਦਿੱਤਾ ਹੀ ਨਹੀਂ ਮਹਾਰਾਜ ਨੇ, ਉਹ ਜਾਗਦੇ ਰਹਿਣਾ। ਉਸ ਤੋਂ ਬਾਅਦ ਆਸਾ ਜੀ ਦੀ ਵਾਰ ਲੱਗੇ ਤੇ ਫਿਰ ਆਪਣਾ ਨਿਤਨੇਮ ਹੋਵੇਗਾ, ਜਪਜੀ ਸਾਹਿਬ ਦਾ ਸ਼ਬਦ ਹਜ਼ਾਰੇ ਪੜ੍ਹੇ ਜਾਣਗੇ। ਫਿਰ ਸੁਖਮਨੀ ਸਾਹਿਬ ਦਾ ਪਾਠ ਹੋਵੇਗਾ, ਫਿਰ ਅਕਾਲ ਉਸਤ ਦਾ ਪਾਠ ਹੋਵੇਗਾ। ਉਸ ਤੋਂ ਬਾਅਦ ਚੰਡੀ ਦਾ ਪਾਠ ਹੋਵੇਗਾ। ਪਾਠ ਤੋਂ ਬਾਅਦ ਫਿਰ ਆਸਾ ਦੀ ਵਾਰ ਦਾ ਪਾਠ ਹੋਵੇਗਾ। ਆਸਾ ਦੀ ਵਾਰ ਦੀ ਸਮਾਪਤੀ ਤੋਂ ਤੇ ਫਿਰ ਕਥਾ ਹੋਵੇਗੀ। ਤੇ ਜੇ ਕਥਾ ਕਰ ਨਾ ਹੋਣ ਤਾਂ ਫਿਰ ਅਰਦਾਸ ਹੋ ਜਾਏਗੀ, ਪ੍ਰਸ਼ਾਦ ਵਰਤਿਆ ਜਾਏਗਾ, ਫਿਰ ਸਮਾਪਤੀ ਹੋਗੀ। ਸੇਵਾਦਾਰ ਫਿਰ ਆਪੋ ਲੰਗਰਾਂ ਵਾਲੇ ਲੰਗਰ ਚਲੇ ਜਾਣਗੇ, ਸਾਰੇ ਆਪੋ ਆਪਣੀਆਂ ਸੇਵਾ, ਘੋੜਿਆਂ ਵਾਲੇ ਘੋੜਿਆਂ ਦੀ ਸੇਵਾ ਚਲੇ ਜਾਣਗੇ, ਮੁਖੀਏ ਜਣੇ ਆਪਦੇ ਆਸਨ ਤੇ ਚਲੇ ਜਾਣਗੇ ਆਈ ਗਈ ਸੰਗਤ ਦੇ ਨਾਲ ਮੇਲ ਜੋਲ ਕਰਨ ਵਾਸਤੇ। ਵਹੀਰ ਤਾਂ ਚੱਲਦਾ ਵੀ ਰਹਿੰਦਾ, ਕਿਤੇ ਹੀ ਖੜਦਾ 2-4 ਦਿਨ 10 ਦਿਨ ਕਿਤੇ, ਉਹ ਵੀ ਆਪਣੇ ਪੜਾਅ ਤੇ ਜਿੱਥੇ ਕੋਈ ਆਪਣਾ ਹੈਡਕੁਆਟਰ ਪੱਕਾ ਹੋਵੇ, ਨਹੀਂ ਤਾਂ ਚੱਲਦਾ ਵੀ ਰਹਿੰਦਾ। ਤੇ ਤੁਸੀਂ ਬੱਸਾਂ ਤੇ ਚੱਲਦੇ ਹੋ ਕਿ ਆਪਣੇ ਘੋੜੇ ਨੇ? ਸਾਡੇ ਕੋਲ ਘੋੜੇ ਆ ਜੀ ਆਪਣੇ, ਉਹਨਾਂ ਦੇ ਉੱਤੇ ਹੀ? ਹਾਂ ਜੀ। ਹੁਣ ਇੱਥੋਂ ਪੜਾਓ ਚੁੱਕ ਰਹੇ ਹੋ? ਹਾਂ ਜੀ। ਤੇ ਅਗਲਾ ਪੜਾਓ ਹੁਣ ਕਿੱਥੇ ਹੋਣਾ? ਅਗਲਾ ਹੁਣ ਦਮਦਮਾ ਸਾਹਿਬ ਗੁਰੂ ਕੀ ਕਾਸ਼ੀ ਹੋਊਗਾ ਜੀ। ਇਹ ਕਿੰਨਾ ਘੋੜੇ ਦੀ ਰਸਤਾ ਹੈ? ਇਹ ਲੱਗ ਜਾਣਗੇ ਜੀ ਕੋਈ 10-12 ਦਿਨ। ਅੱਛਾ, 10-12 ਦਿਨ ਚ ਹੌਲੀ ਹੌਲੀ ਵੀਰ ਪੜਾਵੀ ਚਲਿਆ ਜਾਂਦਾ ਜੀ। ਅੱਛਾ, ਰਸਤੇ 'ਚ ਪੜਾਵੀ ਚੱਲਦੇ ਹੋ। ਹਾਂਜੀ। ਜਿੱਥੇ ਜਾ ਕੇ ਰੁਕਦੇ ਹੋ ਉੱਥੇ ਫਿਰ ਲੰਗਰ ਪਾਣੀ ਦਾ ਇੰਤਜ਼ਾਮ ਕਿਸ ਤਰ੍ਹਾਂ? ਆਪਣਾ ਆਪਦਾ ਹੀ ਹੁੰਦਾ ਜੀ ਲੰਗਰ ਪਾਣੀ ਦਾ ਇੰਤਜ਼ਾਮ। ਆਪਣੇ ਲਾਂਗਰੀ ਆਪਣੀ ਰਸਤਬਾਦ ਸਾਰਾ ਕੁਝ ਨਾਲ ਹੁੰਦਾ ਹੈਗਾ ਵਹੀਰ ਦੇ। ਇਹ ਹੁਣ ਮਾਨਸਾ ਜਾ ਕੇ ਵੀ ਟਿਕੋਗੇ ਕੁਝ ਦਿਨ? ਉੱਥੇ ਦਮਦਮੇ ਸਾਹਿਬ ਮੇਲਾ ਮਨਾਵਾਂਗੇ ਜੀ ਵਿਸਾਖੀ ਦਾ। ਨਿਹੰਗ ਸਿੰਘਾਂ ਦੀ ਪਰੰਪਰਾ ਮੁਤਾਬਿਕ ਉਹਨਾਂ ਦਾ ਵਹੀਰ ਸਾਰਾ ਵਰ੍ਹਾ ਚੱਲਦਾ ਰਹਿੰਦਾ ਹੈ। ਉਹ ਵੱਖ-ਵੱਖ ਗੁਰਧਾਮਾਂ ਤੇ ਜਾ ਕੇ ਗੁਰਪੁਰਬਾਂ ਤੇ ਤਿਉਹਾਰਾਂ ਨੂੰ ਮਨਾਉਂਦੇ ਹਨ। ਹੋਲਾ ਮੁਹੱਲਾ ਅਨੰਦਪੁਰ ਸਾਹਿਬ ਵਿਖੇ, ਵਿਸਾਖੀ ਦਮਦਮਾ ਸਾਹਿਬ ਵਿੱਚ ਅਤੇ ਦੀਵਾਲੀ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿੱਚ ਮਨਾਈ ਜਾਂਦੀ ਹੈ। ਦੁਸਹਿਰੇ ਦਾ ਤਿਉਹਾਰ ਚਮਕੌਰ ਸਾਹਿਬ ਅਤੇ ਹਜ਼ੂਰ ਸਾਹਿਬ ਵਿੱਚ ਮਨਾਇਆ ਜਾਂਦਾ ਹੈ। ਚੱਲਦੇ ਵਹੀਰ ਵਿੱਚ ਆਮ ਕਰਕੇ ਭੁਚੰਗੀ ਸਿੰਘ ਹੁੰਦੇ ਹਨ, ਜਿਹੜੇ ਪਰਿਵਾਰਕ ਝਮੇਲਿਆਂ ਵਿੱਚ ਨਹੀਂ ਪੈਂਦੇ, ਪਰ ਛਾਉਣੀਆਂ ਦੀ ਸੇਵਾ ਕਰਨ ਵਾਲੇ ਨਿਹੰਗ ਸਿੰਘ ਆਮ ਕਰਕੇ ਗ੍ਰਸਤੀ ਸਿੰਘ ਹੁੰਦੇ ਹਨ ਤੇ ਇਹਨਾਂ ਸਿੰਘਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੁੰਦਾ ਹੈ। ਜਥੇਦਾਰ ਜੀ, ਨਿਹੰਗ ਸਿੰਘਾਂ ਦੇ ਗ੍ਰਸਤੀ ਜੀਵਨ
ਦੀ ਮਰਿਆਦਾ, ਇਹਨਾਂ ਦੇ ਵਰਤ ਵਿਹਾਰ ਬਾਰੇ ਦੱਸੋ ਕੁਝ। ਗ੍ਰਸਤੀ ਜੀਵਨ ਜਿਹੜਾ ਨਿਹੰਗ ਸਿੰਘ ਦਾ ਹੈ, ਇਹ ਬੜਾ ਸਾਦਾ ਜੀਵਨ ਹੈ। ਕੋਈ ਇਹਨੂੰ ਐਡੀ ਖਾਸ ਪਾਬੰਦੀ ਜਾਂ ਚੋਖੀ ਬੰਦਸ ਅੰਦਰ ਸਤਿਗੁਰੂ ਨੇ ਨਹੀਂ ਲਿਆਂਦਾ। ਇਹਦਾ ਤਾਂ ਸਿਰਫ ਇੱਕੋ ਹੀ ਵੱਡਾ ਨਿਸ਼ਾਨਾ ਹੈ ਵੀ ਇਹ ਜਿਹੜਾ ਆਪਦਾ ਮਨ ਹੈ, ਆਪਦੀ ਸੁਰਤੀ ਇਹਦੀ ਹੈ, ਉਹ ਪਰਮੇਸ਼ਰ ਦੇ ਚਰਨਾਂ ਨਾਲ ਇਹਦੀ ਰਹਿਣੀ ਚਾਹੀਦੀ ਹੈ। ਜਿਵੇਂ ਭਗਤ ਕਬੀਰ ਸਾਹਿਬ ਨੇ ਗੁਰਬਾਣੀ 'ਚ ਲਿਖਿਆ ਵੀ ਹੱਥ ਪੈਰ ਕਾਮ ਸੇ ਚੀਤ ਨਿਰੰਜਨ ਸਾਥ। ਤੇ ਇਹਦਾ ਫੁਰਨਾ ਜਿਹੜਾ ਅੰਦਰ ਦਾ ਹੈ ਅੰਮ੍ਰਿਤਧਾਰੀ ਸਿੰਘ ਦਾ, ਉਹ ਇਹਦਾ ਬਾਜਾਂ ਵਾਲੇ ਦੇ ਚਰਨਾਂ ਵੱਲੇ ਉਹਦਾ ਧਿਆਨ ਹੋਣਾ ਚਾਹੀਦਾ, ਜਿਵੇਂ ਗਾਂ ਦਾ ਬੱਚੇ ਵੱਲੇ, ਮਾਂ ਦਾ ਬੱਚੇ ਵੱਲੇ। ਤੇ ਕੰਮ ਇਹ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰ ਸਕਦਾ ਕਰੇ, ਖੁੱਲੇ ਦਿਲ ਨਾਲ ਧਰਮ ਦੀ ਕਿਰਤ ਕਰੇ। ਤੇ ਵਹੀਰ ਵਿੱਚ ਜਿਹੜੇ ਨਿਹੰਗ ਸਿੰਘ ਰਹਿੰਦੇ ਨੇ, ਉਹਨਾਂ ਦਾ ਜੀਵਨ ਕੁਝ ਅਲੱਗ ਕਿਸਮ ਦਾ ਹੁੰਦਾ ਹੈ। ਉਹਨਾਂ ਦਾ ਜੀਵਨ ਬਹੁਤ ਉੱਚਾ ਸੁੱਚਾ ਹੁੰਦਾ ਹੈ, ਕਿਉਂ ਉਹ ਇੱਕ ਕਿਸਮ ਦਾ ਮੁੱਢ ਹੁੰਦਾ ਦਰਖਤ ਦਾ। ਅਸੀਂ ਸ਼ਾਖਾਂ ਪੱਤੇ ਹਾਂ, ਉਹਨਾਂ ਦਾ ਮੁੱਢ ਹੁੰਦਾ, ਉਹਨਾਂ ਤੋਂ ਅਸੀਂ ਮਰਿਆਦਾ ਸਿੱਖਣੀ ਹੁੰਦੀ ਹੈ। ਅਸੀਂ ਉੱਥੋਂ ਦੇ ਅੰਮ੍ਰਿਤਧਾਰੀ ਹੁੰਦੇ ਹਾਂ, ਜੋ ਉਹ ਕਰਦੇ ਨੇ ਉਹਨਾਂ ਨੂੰ ਅਸੀਂ ਵੇਖ ਕੇ ਤੇ ਉਹੀ ਅਸੀਂ ਕਰਦੇ ਹਾਂ। ਤੇ ਬੱਚਿਆਂ ਦੀ ਪੜ੍ਹਾਈ ਵੱਲ ਵੀ ਤਵੱਜੋ ਦੇ ਰਹੇ ਹੋ ਕਿ ਨਹੀਂ? ਬਹੁਤ ਵੱਡੀ ਜ਼ਿਆਦੀ। ਮੇਰੇ ਆਪਦੇ ਬੱਚੇ ਤਾਂ ਵੈਸੇ ਨਹੀਂ ਪੜ੍ਹ ਸਕੇ, ਤੇ ਹੁਣ ਗਾਂ ਜਿਹੜੇ ਮੇਰੇ ਪੋਤੀਆਂ ਪੋਤੇ ਨੇ, ਇਹਨਾਂ ਨੂੰ ਸਾਡੇ ਸਾਰੇ ਟੱਬਰ ਦੀ, ਸਾਰੇ ਪਰਿਵਾਰ ਦੀ, ਹਰ ਇੱਕ ਮੈਂਬਰ ਦੀ ਇਹ ਜੱਦੋ ਜਹਿਦ ਬੜੀ ਵੱਡੀ ਕੋਸ਼ਿਸ਼ ਹੈ ਵੀ ਅਸੀਂ ਬੱਚਾ ਕੋਈ ਅਨਪੜ੍ਹ ਨਹੀਂ ਰਹਿਣ ਦੇਣਾ। ਜੰਗੀ ਸਿੰਘ ਸੱਜਣ, ਲਾਲਾ ਨਿਸ਼ਾਨ ਭੱਜਣ, ਕਠਾਨ ਜੈਸੇ ਗੱਜਣ, ਮਹਾਨ ਬਲਵਾਨ ਕੇ ਅੜਾਕੇ ਰੋਡੇ ਭੱਜਣ, ਤੜਾਕ ਤੀਰ ਤੱਗਣ, ਕੜਾਕ ਕੜਾਕ ਬਾਣ ਵੱਜਣ, ਗੋਬਿੰਦ ਸਿੰਘ ਜਵਾਨ ਕੇ ਕੜਾਕ ਕੜਾਕ। ਤਲਵਾਰਬਾਜ਼ੀ ਅਤੇ ਤੀਰ ਅੰਦਾਜ਼ੀ ਦੀ ਕਲਾ ਵਿੱਚ ਪੂਰੇ ਤੇ ਲੋਹੇ ਦੇ ਚੱਕਰਾਂ ਨੂੰ ਚਲਾਉਣ ਵਿੱਚ ਨਿਪੁੰਨ ਨਿਹੰਗ ਯੋਧੇ ਗੁਰੂ ਦੀਆਂ ਸਭ ਨਿਸ਼ਾਨੀਆਂ ਨੂੰ ਨਾਲ ਲੈ ਕੇ ਚੱਲਦੇ ਹਨ। ਪਰ ਸਭ ਦੇ ਮਨ ਵਿੱਚ ਇੱਕ ਵਾਹਿਗੁਰੂ ਦਾ ਵਾਸ ਹੁੰਦਾ ਹੈ। ਨਿਹੰਗ ਸਿੰਘਾਂ ਦੀ ਅੱਧੀ ਪੁਸ਼ਾਕ ਕੱਪੜੇ ਦੀ ਤੇ ਬਾਕੀ ਅੱਧੀ ਲੋਹੇ ਦੀ ਹੁੰਦੀ ਹੈ। ਇਹ ਲੋਹਾ ਉਹਨਾਂ ਦੀ ਸ਼ਕਤੀ ਦਾ ਪ੍ਰਤੀਕ ਹੈ ਤੇ ਕੱਪੜੇ ਉਹਨਾਂ ਦੀ ਭਗਤੀ ਦਾ। ਤੀਰ, ਚੱਕਰ ਤੇ ਤਲਵਾਰ ਦੁਸ਼ਮਣ ਨਾਲ ਲੜਨ ਦੇ ਹਥਿਆਰ ਹਨ, ਪਰ ਹੱਥ ਦਾ ਕੜਾ ਸਿੰਘ ਦੇ ਮਨਮਤ ਉੱਤੇ ਬੰਧਨ ਹੈ। ਲੰਮੇ ਨੀਲੇ ਚੋਲੇ ਵਾਲੇ ਹਰ ਸੰਤ ਸਿਪਾਹੀ ਦੇ ਤੇੜ ਕਛਹਿਰਾ ਉਸ ਦੇ ਕਾਮ ਉੱਤੇ ਸੰਜਮ ਹੈ। ਤੇ ਤੁਸੀਂ ਇਹ ਜਿਹੜਾ ਨੀਲਾ ਬਾਣਾ ਪਾਉਂਦੇ ਹੋ, ਹਾਂ, ਇਹਦੀ ਮਹਿਮਾ ਕੀ ਹੈ? ਨੀਲੇ ਬਾਣੇ ਦੀ ਇਹ ਵੀ ਨੀਲੇ ਬਾਣੇ ਹੈ ਕਿ ਸਾਂਝਾ ਬਾਣਾ, ਸਰਬੱਤ ਦੇ ਭਲੇ ਵਾਲਾ ਬਾਣਾ। ਵੈਸੇ ਜਿਵੇਂ ਨੀਲਾ ਆਕਾਸ਼ ਹੈ, ਆਕਾਸ਼ ਸਭ ਨੀਲਾ ਹੈ, ਕਿਸੇ ਨਾਲ ਵਿਤਕਰਾ ਨਹੀਂ ਕਰਦਾ, ਕਿਸੇ ਦੇ ਘੱਟ ਨਹੀਂ, ਕਿਸੇ ਦੇ ਥੋੜਾ ਨਹੀਂ। ਅਸੀਂ ਹੁਣ ਨਿਸ਼ਾਨ ਵੀ ਗੁਰਦੁਆਰਾ ਵੇਖੋ, ਨਿਸ਼ਾਨ ਸਾਹਿਬ ਝੁੱਲੇ ਹੁੰਦੇ ਆ ਨੀਲੇ ਰੰਗ ਦੇ ਹੋਣਗੇ ਕਿ ਇਹ ਮੇਰਾ ਸਾਂਝਾ ਇਹ ਗੁਰਦੁਆਰਾ, ਇੱਥੇ ਹਰ ਧਰਮ ਦਾ ਬੰਦਾ ਆ ਸਕਦਾ। ਦਸਵੇਂ ਪਾਤਸ਼ਾਹ ਗੁਰਬਾਣੀ ਜੀ ਜਾਣ ਕੀਤਾ, ਚਾਰ ਵਰਨ ਕੋ ਏਕ ਕਰਾਹੂੰ, ਵਾਹਿਗੁਰੂ ਸਿੰਘ ਕੋ ਨਾਮ ਜਪਾਹੂੰ। ਮਾਰ ਕਹਿੰਦੇ ਚਾਰੇ ਵਰਨ ਇੱਕ ਹੋ ਜਾਣਗੇ, ਵਾਹਿਗੁਰੂ ਦਾ ਜਾਪ ਸਾਰਾ ਸੰਸਾਰ ਕਰੇਗਾ। ਵਾਹਿਗੁਰੂ ਸਿੰਘ ਕੋ ਨਾਮ ਜਪਾਹੂੰ, ਚੜੇ ਸਿੰਘ ਤਸਮੂਤ ਕਰਾਹੂੰ, ਝੂਲਣ ਨੇ ਹਸਤੀ ਸਾਜੇ, ਦਵਾਰ ਦਵਾਰ ਪਰ ਨੌਬਤ ਵਾਜੇ। ਦਵਾਰੇ ਦਵਾਰੇ ਤੇ ਨੌਬਤ ਵਾਹਿਗੁਰੂ ਦੀ ਵਜੂ, ਜਦੋਂ ਵਾਹਿਗੁਰੂ ਦੇ ਸ਼ਬਦ ਦਾ ਸਭ ਨੂੰ ਪਤਾ ਲੱਗ ਜਾਏਗਾ। ਕਹਿੰਦਾ ਭਾਵ ਨੀਲਾ ਰੰਗ ਜਿਹੜਾ ਇਸ ਨੂੰ ਬੜਾ ਵਡਿਆ ਦਸਵੇਂ ਪਾਤਸ਼ਾਹ ਨੇ ਮਾਰੇ ਕਿਹਾ ਹੈ, ਕਰੂੰ ਖਾਲਸਾ ਤੀਸਰ ਪ੍ਰਵੇਸ਼ਾ, ਤੀਸਰਾ ਪੰਥ ਸਾਜ ਦਾਂਗਾ। ਕਰੂੰ ਖਾਲਸਾ ਤੀਸਰ ਪ੍ਰਵੇਸ਼ਾ, ਜਗੇ ਸਿੰਧ ਸਿੰਘ ਜੋਧੇ, ਧਰੇ ਨੀਲ ਭੇਸਾ। ਸਿੰਘ ਸੂਰਮੇ ਹੋਣਗੇ, ਉਹਨਾਂ ਦਾ ਭੇਸ ਬਾਣਾ ਜਿਹੜਾ ਉਹਨਾਂ ਦਾ ਨੀਲਾ ਹੋਵੇਗਾ। ਇਹ ਬਾਣਾ ਜਿਹੜਾ ਹੈ ਨਾ, ਇਹ ਬਾਣਾ ਸੁਲ੍ਹਾ ਕੁਨ ਹੈ, ਪਰਮੇਸ਼ਰ ਸੁਲ੍ਹਾ ਕੁਨ ਹੈ। ਸਭ ਉਸ ਦਾ ਰਚਨਾ ਰਚੀ ਹੋਈ ਹੈ। ਉਹ ਭਾਵੇਂ ਕਿਸੇ ਵੀ ਵਿੱਚ ਵੀ ਹੈ, ਉਹ ਸਾਰਿਆਂ ਦੇ ਉੱਤੇ ਇੱਕੋ ਨਿਗਾਹ ਰੱਖਦਾ ਹੈ। ਇਸ ਕਰਕੇ ਇਹ ਬਾਣਾ ਜਿਹੜਾ ਹੈ, ਇਹ ਅਕਾਲ ਪੁਰਖ ਦਾ ਹੈ। ਸਿੱਖ ਪੰਥ ਦੇ ਵਿੱਚ ਚਾਰ ਰੰਗ ਪ੍ਰਵਾਨ ਹਨ, ਨੀਲਾ, ਪੀਲਾ, ਕਾਲਾ, ਚਿੱਟਾ। ਨਿਹੰਗ ਸਿੰਘ ਦੇ ਚਾਰ ਰੰਗ ਸਿੱਖ ਧਰਮ ਨੂੰ ਭਾਰਤ ਦੀ ਪ੍ਰਾਚੀਨ ਪਰੰਪਰਾ ਨਾਲ ਜੋੜਦੇ ਹਨ। ਚਾਰ ਵੇਦਾਂ ਤੇ ਚਾਰ ਵਰਣਾਂ ਦੀ ਪਰੰਪਰਾ। ਪਰ ਇਹ ਚਾਰ ਰੰਗ ਇਹ ਵੀ ਦੱਸਦੇ ਨੇ ਕਿ ਗੁਰੂ ਘਰ ਵਿੱਚ ਚਾਰੇ ਵਰਣ ਸਮਾਨ ਹਨ। ਸਾਰੇ ਨਿਹੰਗ ਸਿੰਘਾਂ ਦੇ ਸਿਰਾਂ ਤੇ ਉੱਚਾ ਦੁਮਾਲਾ ਸਜਿਆ ਹੁੰਦਾ ਹੈ ਅਤੇ ਸਾਰੇ ਇੱਕ ਹੀ ਸੰਗਤ ਦੇ ਬਰਾਬਰ ਸੰਗੀ ਹੁੰਦੇ ਹਨ। ਇਸੇ ਲਈ ਤਾਂ ਉਹ ਮਿਲ ਕੇ ਵਾਹਿਗੁਰੂ ਦਾ ਨਾਮ ਜਪਦੇ ਹਨ। ਉੱਚੇ ਸਿਰ ਤੇ ਉੱਚਾ ਦੁਮਾਲਾ ਨਿਹੰਗ ਸਿੰਘ ਦੇ ਸਵੈਮਾਨ ਦਾ ਪ੍ਰਤੀਕ ਹੈ। ਨਿਸ਼ਚੈ ਕਰ ਆਪਣੀ ਜੀਤ ਕਰੋ ਦੇ ਵਿਸ਼ਵਾਸ ਦਾ ਪ੍ਰਤੀਕ। ਉਹ ਆਪਣੇ ਦੁਮਾਲੇ ਨੂੰ ਬੜੀ ਰੀਝ, ਚਾਹ ਅਤੇ ਸ਼ਰਧਾ ਨਾਲ ਧਾਰਨ ਕਰਦੇ ਹਨ।
ਬੰਨੀ ਹੋਈ ਇਸ ਉੱਚੀ ਦਸਤਾਰ ਨੂੰ ਬੁੰਗਾ ਵੀ ਕਿਹਾ ਜਾਂਦਾ ਹੈ। ਉੱਚਾ ਬੁੰਗਾ ਜੋ ਸਜੈ ਨਾਮ ਨਿਹੰਗ ਸਜਾਨ। ਸਜਾਨ ਕਿਤੇ ਸੁੰਦਰ, ਕਿ ਜਿਹੜਾ ਉੱਚਾ ਬੁੰਗਾ ਸਜਾਉਂਦਾ ਹੈ ਉਹਦਾ ਨਾਮ ਹੈ ਨਿਹੰਗ। ਉੱਚਾ ਬੁੰਗਾ ਜੋ ਸਜੇ ਨਾਮ ਨਿਹੰਗ ਸਜਾਨ, ਕਰਮਾ ਕਾਲੀ ਸਮ ਕਰੇ ਸੁਣੋ ਸਿੱਖ ਤਰਕਾਨ। ਕਿ ਉਹਦੇ ਕਰਮਾ ਕਾਲੀ ਨੇ ਜਿਹੜਾ ਉੱਚਾ ਬੁੰਗਾ ਚੰਦਾ, ਅਕਾਲੀ ਉਹ ਹੈ ਵੈਸੇ। ਕਿਰਪਾਨ ਸੀਸ ਪੈ ਧਾਰ ਕੇ, ਜਿਵੇਂ ਇਹ ਸ਼ਸਤਰਾਂ ਦੀ ਕਿਰਪਾਨਾਂ ਲਾਈਆਂ, ਕਿਰਪਾਨ ਸੀਸ ਪੈ ਧਾਰ ਕੇ ਉੱਚਾ ਬੁੰਗਾ ਧਾਰ ਧਰੀ ਸੋ ਕਲਗੀ ਪੰਥ ਸਿਰ ਸਤਿਗੁਰ ਹੋਏ ਦਿਆਲ। ਸੱਜੇ ਜੋ ਦਮਾਲਾ ਛੂਟੇ ਖੂ ਫਰਲਾ, ਅਜਬ सोए चक्कर खंडे तोड़े वाला। गुरु जी ने फतेह सिंह जी को बुलाया, चले गो तोर जैसा पंथ ऐसा मुख से हलाया। हम काली सब के वाली, हमरा पंथ न्यारा है। दीन मुजब का युद्ध जो, किन्नी खंडा फड़िया दो तारा है। छई मई मार साहब दूर किन्नी, सलोतर फड़िया करारा है। गगन मंडल में बूंगा हमारा, महाकाल रखवारा है। सिर पर मुकुट मुकुट पर चक्कर, आया अजब हलारा है। नान गुरु गोबिंद सिंह जी तुद अगे शीस हमारा। लट पट फरले साजरे गुर शब्दन की पई चनकार, प्रगटे गुरु गोबिंद सिंह साहब जी जन सब कुल की आधार। मार के ਜਿਹੜਾ ਇਸ ਬਾਣੇ ਵਿੱਚ ਪ੍ਰਗਟ ਹੋਵੇਗਾ ਉਹਦੇ ਅੰਦਰ ਸ਼ਬਦ ਦੀ ਚਨਕਾਰ ਹੋਵੇਗੀ, ਸਾਰੀਆਂ ਕੁਲਾਂ ਦਾ ਆਧਾਰ ਕਰ ਦੇ। ਐਸੇ ਸਿੱਖ ਦੇ ਕੋ ਦਰਸ਼ਨ ਕਰੇਗਾ ਤਾਂ ਉਹਦੀ ਵੀ ਕਲਿਆਣ ਹੋ ਜਾਏਗੀ। ਇਹ ਸਤਿਗੁਰ ਦਾ ਸਰੂਪ ਹੈ, ਇਹ ਮਹਾਂਕਾਲ ਦਾ ਸਰੂਪ ਹੈ। ਅਕਾਲੀ ਹੈ ਨਾ ਜਿਹੜਾ ਪੰਥ, ਇਹ ਅਕਾਲ ਪੁਰਖ ਦਾ ਹੈ। ਅਕਾਲ ਪੁਰਖ ਦਾ ਉਪਾਸ਼ਕ ਹੈ, ਅਕਾਲ ਪੁਰਖ ਦਾ ਪੁਜਾਰੀ ਹੈ। खंडो खड़क अस कृपान खंडो खड़क, तुपक तबर यार तीर सैफ सरोही सैथी जय हमारे पीर। अस कृपान खंडो खड़क अस कृपान खंडो खड़क, तीर तू ही सैथी तू ही तीर तू ही सैथी तू ही तबर तरवार। नाम तिहारो जो जपे, नाम तिहारो जो जपे, भय सिंध भव पार। अस कृपान खंडो खड़क अस कृपान खंडो खड़क। ਸਿੱਖ ਧਰਮ ਵਿੱਚ ਸ਼ਸਤਰਾਂ ਦਾ ਖਾਸ ਮਹੱਤਵ ਹੈ। ਇਹ ਯੁੱਧ ਨੂੰ ਜਿੱਤਣ ਦੀ ਲੋੜ ਹਨ ਅਤੇ ਪਰਮਾਤਮਾ ਦੀ ਸ਼ਕਤੀ ਦਾ ਪ੍ਰਤੀਕ। ਇਸੇ ਲਈ ਸ਼ਸਤਰ ਧਾਰਨ ਕਰਕੇ ਸਿੰਘ ਸੰਤ ਵੀ ਹੁੰਦਾ ਹੈ ਤੇ ਸਿਪਾਹੀ ਵੀ, ਇੱਕ ਸੰਪੂਰਨ ਸੰਤ ਸਿਪਾਹੀ। ਤੂੰ ਹੀ ਨਿਸ਼ਾਨੀ ਜੀਤ ਕੀ, ਅੱਜ ਤੂੰ ਹੀ ਜਗਬੀਰ। ਅਸ ਕਿਰਪਾਨ ਖੰਡੋ ਖੜਕ ਅਸ ਕਿਰਪਾਨ ਖੰਡੋ ਖੜਕ, ਤੁਪਕ ਤਬਰ ਯਾਰ ਤੀਰ ਤੁਪਕ ਤਬਰ ਯਾਰ ਤੀਰ ਸੈਫ ਸरोही सैथी जय हमारे पीर। अस कृपान खंडो खड़क अस कृपान खंडो खड़क। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਸਾਜਿਆ ਨਾ, ਇਹਨੂੰ ਸ਼ਸਤਰਹੀਣ ਨਹੀਂ ਕੀਤਾ। ਸ਼ਸਤਰਹੀਣ ਜੋ ਖਾਲਸਾ ਤਿਸ ਹੀ ਜਾਨੋ ਭੇਡ, ਉਹਨੂੰ ਭੇਡ ਬਰਾਬਰ ਦੱਸਿਆ। ਇਸ ਕਰਕੇ ਖਾਲਸਾ ਸ਼ਸਤਰਧਾਰੀ ਰਹਿੰਦਾ ਔਰ 24 ਘੰਟੇ ਸਨੱਧਬੱਧ ਦੇਸ਼ ਦੀ, ਕੌਮ ਦੀ, ਇਹ ਧਰਮ ਦੀ ਸੇਵਾ ਵਾਸਤੇ। ਕਿਉਂਕਿ ਸਾਨੂੰ ਸਾਜਿਆ ਹੀ ਇਸੇ ਵਾਸਤੇ ਗਿਆ ਕਿ ਤੁਸੀਂ ਇਹ ਪਹਿਰਾ ਦੇਣਾ। ਅਸੀਂ ਸਿਪਾਹੀ ਹਾਂ ਗੁਰੂ ਗੋਬਿੰਦ ਸਿੰਘ ਜੀ ਦੇ। ਸਤਿਗੁਰੂ ਜੀ ਨੇ ਜਦ ਵੀ ਜੰਗ ਧਰਮ ਦਾ ਲੜਿਆ, ਉਦੋਂ ਸਿੰਘਾਂ ਨੂੰ ਇਹੋ ਹਦਾਇਤ ਕੀਤੀ, ਇੱਥੇ ਆਨੰਦਗੜ੍ਹ ਸਾਹਿਬ 'ਚ ਬਹਿ ਕੇ ਇਹੋ ਹਦਾਇਤ ਕੀਤੀ ਵੀ ਜਿਹੜਾ ਵੀ ਸਿੰਘ ਸਾਡੇ ਦਰਸ਼ਨਾਂ ਵਾਸਤੇ ਆਵੇ, ਉਹ ਹੁਣ ਸ਼ਸਤਰ ਲੈ ਕੇ ਆਵੇ, ਮਾਇਆ ਆਦਿਕ ਨਾ ਲਿਆਵੇ, ਸ਼ਸਤਰ ਪੇਸ਼ ਕਰੇ ਸਾਡੇ। ਦਸਵੇਂ ਪਾਤਸ਼ਾਹ ਮਾਰੇ ਕਿਹਾ, ਜਿੱਤੇ ਸ਼ਸਤਰ ਨਾਮੰ ਨਿਮਸਕਾਰ ਤਾਂ, ਜਿੱਤੇ ਅਸਤਰ ਪੇਯੰ ਨਿਮਸਕਾਰ ਤੇਯੰ। ਤੀਰੋ ਤਫੰਗੋ ਵੱਡੋ ਰਾਮ ਜੰਗੋ। ਰਮਾ ਜਾਂ ਰਾਮ ਜੰਗ ਦਾ ਬੰਦੂਕ ਦਾ ਨਾਂ ਹੈ। ਵੈਸੇ ਉਹ ਅੱਜ ਤੱਕ ਗੱਲ ਮੈਂ ਜ਼ਬਤ ਹੋ ਚੁੱਕੀ ਆ, ਮਤਲਬ ਉੱਦਾਂ ਰਵਾਇਤੀ ਸ਼ਸਤਰਾਂ ਦੇ ਵਿੱਚ ਵੈਸੇ ਬੰਦੂਕ ਵੀ ਆਉਂਦੀ ਹੈ। ਵੱਡੋ ਰਾਮ ਜੰਗੋ ਤੁਣਖ ਤਾਰ ਅਣੀਅਰ ਕਮੰਦ ਕੋਰੜਾ, ਪੰਜ ਸ਼ਸਤਰ ਪ੍ਰਵਾਨ, ਸੁਣੋ ਆਨੰਦ ਲਾਲ ਜਾਂ ਸਾਜ ਪ੍ਰਗਟ ਕਰੂੰਗਾ ਆਪਣਾ ਰਾਜ। ਮਰ ਕੇ ਜਾਂ ਸ਼ਸਤਰਧਾਰੀ ਉਹਦਾ ਪ੍ਰਗਟ ਰਾਜ ਹੈ, ਕਿਉਂਕਿ ਸ਼ਸਤਰ ਇੱਕ ਸਰਬੱਤ ਦੇ ਭਲੇ ਵਾਸਤੇ ਹੈ। ਜਿਹੜਾ ਸ਼ਸਤਰ ਰੱਖਦਾ ਹੈ
ਸਰਬੱਤ ਦਾ ਭਲਾ ਵੀ ਸੋਚਦਾ ਹੈ। ਉਹ ਸ਼ਸਤਰ ਗਲ 'ਚ ਪਾਇਆ ਉਹਨੇ, ਉਹਦਾ ਜਿਹੜਾ ਦੁਸ਼ਮਣ ਆ ਉਹਦੇ ਕੋਲ ਡਰੇਗਾ, ਲੜਾਈ ਨਾ ਹੋਵੇਗੀ, ਮਤਲਬ ਉਹਦਾ ਫਿਰ ਹੀ ਦੁਸ਼ਮਣ ਦਾ ਭਲਾ ਹੋ ਜਾਏ, ਆਪ ਦਾ ਵੀ ਭਲਾ ਹੋ ਜਾਏਗਾ। ਸ਼ਸਤਰ ਰੱਖਣ ਨੂੰ ਮਤਲਬ ਨਿਹੰਗ ਸਿੰਘ ਕਾਫੀ ਮਰਜ਼ਾਦਾ ਨਾਲ ਰੱਖਦੇ ਆ, ਜ਼ਰੂਰੀ ਵੱਡੇ ਤੋਂ ਵੱਡਾ ਸ਼ਸਤਰ ਵੀ ਜੇ ਮਨਜ਼ੂਰ ਹੋ ਜਾਏ ਤਾਂ ਰੱਖ ਲੈਂਦੇ ਆ, ਪਰ ਉਹ ਭਲੇ ਵਾਸਤੇ ਰੱਖਦੇ ਆ ਕਿ ਨਾ ਸਾਡੇ ਨਾਲ ਕੋਲ ਲੜੇ, ਨਾ ਸਾਨੂੰ ਲੜਨਾ ਪਏ। ਬਾਕੀ ਜੇ ਜੂਝਣਾ ਪਏ ਧਰਮ ਤੇ, ਫਿਰ ਜੂਝਣ ਨੂੰ ਧਰਮ ਤੇ ਸ਼ਹੀਦ ਹੋਣ ਨੂੰ ਵੀ ਤਿਆਰ ਹੈ। ਤੁਹਾਡੇ ਮੁੱਖ ਸ਼ਸਤਰ ਕਿਹੜੇ ਹੁੰਦੇ ਹਨ? ਮੁੱਖ ਸ੍ਰੀ ਸਾਹਿਬ ਹੈ, ਨਿਸ਼ਾਨ ਸਾਹਿਬ ਜਿਹਨੂੰ ਆਮ ਲੋਕ ਵਰਸ਼ਾ ਕਹਿੰਦੇ ਹਨ, ਇਹ ਨੰਗਾ ਸਿੰਘਾਂ ਦਾ ਇਹ ਨਿਸ਼ਾਨ ਸਾਹਿਬ ਕਹਿੰਦੇ ਮੁੱਖ ਸ਼ਾਸਤਰ ਹਨ। ਹੋਰ ਤੀਰ ਕਮਾਨ ਵੀ ਰੱਖਦੇ ਹਨ, ਛੋਟੇ ਸ੍ਰੀ ਸਾਹਿਬਾਂ ਵੀ ਰੱਖਦੇ ਹਨ, ਕਟਾਰਾਂ ਵੀ ਰੱਖਦੇ ਹਨ, ਖੰਜਰ ਵੀ ਰੱਖਦੇ ਹਨ, ਕਮਰ ਤੋੜ ਵੀ ਰੱਖਦੇ ਹਨ। ਜਿੱਥੇ ਵੀ ਲੋਹੇ ਦੇ ਸਾਰੇ ਸ਼ਾਸਤਰ ਹਨ, ਆਪਣੀ ਸਮਰੱਥਾ ਅਨੁਸਾਰ ਜਿੱਦਾਂ ਕਿਸੇ ਦਾ ਬਿੱਤ ਪੈਂਦਾ ਹੈ, ਜਿੱਦਾਂ 'ਚ ਕੋਈ ਰੱਖ ਸਕਦਾ ਹੈ, ਉੱਦਾਂ ਰੱਖਦੇ ਹਨ। ਪੁਰਾਤਨ ਸਿੰਘ ਤਾਂ ਸਵਾ ਮਣ ਦਾ ਸ਼ਾਸਤਰਾਂ ਦਾ ਕਮਰ ਕਸਾ ਰੱਖਦੇ ਹੁੰਦੇ ਸਨ। ਅੱਜ ਕੱਲ ਨਵੇਂ ਸ਼ਸਤਰ ਆ ਗਈਆਂ, ਬੰਦੂਕਾਂ। ਆਹੋ ਜੀ, ਫਿਰ ਉਧਰ ਉਹ ਚੰਗੀਆਂ ਲੱਗਦੀਆਂ, ਹੌਲੀ ਚੀਜ਼ ਹੈ ਵੀ ਦੂਰ ਮਾਰ ਕਰਦੀ ਹੈ। ਇਹ ਗੁਰੂ ਜੀ ਦੇ ਸ਼ਸਤਰ ਨੇ। ਅੱਛਾ। ਤੇ ਜੇ ਮਹਾਰਾਜ ਚਾਹੇ ਤਾਂ ਇਹੀ ਦੂਰ ਮਾਰ ਕਰ ਸਕਦੇ ਨੇ, ਉਹਨਾਂ ਨੂੰ ਜ਼ਿਆਦਾ ਮਾਰ ਕਰ ਸਕਦੇ ਆ। ਪਰ ਸ਼ਸਤਰ ਨਿਹੰਗ ਸਿੰਘ ਦੀ ਅਜਿਹੀ ਸ਼ਕਤੀ ਹੈ ਜੋ ਵਾਰ ਕਰਨ ਲਈ ਨਹੀਂ, ਰੱਖਿਆ ਲਈ ਹੈ, ਤੇ ਇਸੇ ਰੱਖਿਆ ਲਈ ਉਹ ਆਪਣੇ ਸ਼ਸਤਰਾਂ ਦਾ ਨਿਰੰਤਰ ਅਭਿਆਸ ਕਰਦਾ ਹੈ। ਆਪਣੇ ਆਪਣੇ ਦਲਾਂ ਵੱਲੋਂ ਬਾਕਾਇਦਾ ਲਾਇਸੈਂਸ ਦਿੱਤੇ ਜਾਂਦੇ ਹਨ। ਇਹ ਲਾਇਸੈਂਸ ਨਿਹੰਗ ਦਾ ਗੌਰਵ ਵੀ ਹੈ ਅਤੇ ਉਸ ਦਾ ਅਨੁਸ਼ਾਸਨ ਵੀ। ਨਿਹੰਗ ਸਿੰਘ ਅਤੇ ਘੋੜੇ ਦਾ ਸਾਥ ਅਟੁੱਟ ਹੈ, ਕਿਉਂਕਿ ਉਹ ਨਿਹੰਗ ਦੇ ਖੁੱਲੇ ਡੁੱਲੇ ਤੇ ਜੰਗਜੂ ਸੁਭਾਅ ਦੇ ਬਿਲਕੁਲ ਅਨੁਕੂਲ ਹੈ। ਉਹ ਮੈਦਾਨੇ ਜੰਗ ਵਿੱਚ ਹੱਲਾ ਬੋਲਣ ਵਿੱਚ ਸਹਾਇਤਾ ਕਰਦਾ ਹੈ ਅਤੇ ਪੰਧ ਮੁਕਾਉਣ ਦਾ ਵਿਸ਼ਵਾਸਯੋਗ ਜ਼ਰੀਆ ਹੈ। ਰਾਤ ਬਰਾਤੇ ਉਬੜ ਖਾਬੜ ਥਾਵਾਂ ਤੇ ਘੋੜੇ ਦੀ ਪਿੱਠ ਤੇ ਵੀ ਸੌਂ ਸਕਦਾ ਹੈ ਗੁਰੂ ਦਾ ਸਿੰਘ। ਇਸੇ ਲਈ ਉਹਦਾ ਆਪਣੇ ਘੋੜੇ ਲਈ ਬੇਹੱਦ ਪਿਆਰ ਅਤੇ ਲਗਾਵ ਹੈ। ਇਸ ਲਗਾਵ ਵਿੱਚ ਘੋੜੇ ਦੀ ਸੇਵਾ ਤੇ ਸ਼ਿੰਗਾਰ ਵੀ ਸ਼ਾਮਲ ਹਨ। ਐਸੇ ਜੀਵ ਦੀ ਸੇਵਾ ਕਿਉਂ ਨਾ ਕਰੇ ਨਿਹੰਗ ਸਿੰਘ, ਜੋ ਉਸ ਦੀ ਜਾਨ ਵੀ ਹੈ ਅਤੇ ਜਹਾਨ ਵੀ। ਆਦਿ ਗ੍ਰੰਥ ਵਿੱਚ ਮਹਾਰਾਜ ਨੇ ਜਾਣ ਕੀਤਾ ਹੈ, ਘੋੜ ਬਿਨ ਕਾਸ਼ੇ ਸਵਾਰ, ਸਾਧੂ ਬਿਨ ਨਾਹੀ ਦਰਬਾਰ। ਮਰ ਗਿਆ ਘੋੜੇ ਤੋਂ ਬਗੈਰ ਸਵਾਰੀ ਕਾਹਦੀ ਹੈ। ਇੱਕ ਤਾਂ ਮਰ ਗਿਆ ਖਾਲਸਾ ਸੋ ਜੋ ਚੜੇ ਤਰੰਗ, ਖਾਲਸਾ ਸੋ ਜੋ ਚੜੇ ਲੜੇ ਨਿਤ ਜੰਗ। ਖਾਲਸਾ ਉਹ ਜੋ ਘੋੜੇ ਤੇ ਚੜੇ ਤੇ ਜੰਗ ਲੜੇ। ਜੰਗ ਮਤਲਬ ਜਿਹੜਾ ਲੜਨਾ ਹੈ ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਲੜੇ, ਕਾਮੀ ਨਹੀਂ ਹੋਣਾ ਚਾਹੀਦਾ, ਕ੍ਰੋਧੀ ਨਹੀਂ ਹੋਣਾ ਚਾਹੀਦਾ। ਘੋੜੇ ਬਿਨਾਂ ਸਵਾਰੀ ਨਹੀਂ, ਭਾਵੇਂ ਕਈ ਜਹਾਜ਼ਾਂ ਦੇ ਤੇ ਕਈ ਕਾਰਾਂ ਕੂਰਾਂ ਦੇ ਚੜਿਆ ਫਿਰ ਉਹ ਕਾਹਦੀ ਸਵਾਰੀ? ਉੱਥੇ ਵਿਗੜ ਜੇ ਉੱਥੇ ਤੇ ਉੱਥੇ ਖੜਾ ਰਹੋ। ਹਾਂ, ਇਹਦਾ ਜਿੱਧਰ ਮਰਜੀ, ਜੇ ਦਰਿਆ ਦੇ ਦਰਿਆ ਵੀ ਸਿੱਧਾ ਕਰ ਸਿੱਧਾ ਚੀਰ ਕੇ ਲੈ ਜਾਓ, ਜੇ ਨਾਰ ਆ ਗਈ ਤਾਂ ਨਾਰ ਦੇ ਵੀ ਦੀ ਲੈ ਜਾਓ, ਜੇ ਟੋਆ ਟਿੱਬਾ ਕੁਝ ਉਹਦੇ ਇਹ ਛੱਡਦਾ ਨਹੀਂ ਲੈ ਜਾਓ। ਬੇਸ਼ੱਕ ਜਿੰਨੀਆਂ ਮਰਜ਼ੀ ਵੀ ਲਈਏ ਜੀ, ਆਪਾਂ ਜੀਪਾਂ ਜਿਪਸੀਆਂ ਹੈਲੀਕਾਪਟਰ ਜੋ ਕੁਝ ਵੀ ਮਰਜ਼ੀ ਲਈਏ, ਪਰ ਘੋੜਾ ਇੱਕ ਐਸੀ ਚੀਜ਼ ਜਿਹੜੀ ਨਿਹੰਗ ਸਿੰਘ ਨਾਲ ਆਖਿਰ ਤੱਕ ਨਾਲ ਰਹੇਗੀ। ਨਿਹੰਗ ਸਿੰਘ ਸੰਸਥਾਵਾਂ ਨੂੰ ਇਸ ਨੂੰ ਸਤਿਗੁਰਾਂ ਨੇ ਪੀਰ ਆਖਿਆ ਘੋੜੇ ਨੂੰ। ਘੋੜੇ ਨੇ ਮਹਾਰਾਜ ਨੇ ਨਮਸਕਾਰ ਕੀਤੀ ਹੈ, ਦਸਵੇਂ ਪਾਤਸ਼ਾਹ ਨੇ ਘੋੜੇ ਨੂੰ ਮੱਥਾ ਟੇਕਿਆ। ਹੁਣ ਹੀ ਮਤਲਬ ਸਿੰਘ ਘੋੜੇ ਤੇ ਚੜ੍ਹਦੇ, ਘੋੜੇ ਨੂੰ ਮੱਥਾ ਟੇਕ ਕੇ ਚੜ੍ਹਦੇ। ਮਤਲਬ ਮਹਿਮਾ ਬਹੁਤ ਸਾਰੀ ਦੱਸੀ, ਸਮਾਂ ਲੱਗਦਾ, ਮੈਂ ਘੋੜੇ ਦੀ ਬਹੁਤ ਵੱਡੀ ਮਹਿਮਾ ਮਾਰੇ। ਉਹ ਲਿਆ ਚੁੱਕਿਆ ਚਾਰ ਕੂੜ ਦੀਆਂ ਖਬਰਾਂ, ਉਹ ਵੈਰੀ ਨੂੰ ਬੰਨ ਮਾਰ ਮਕਾ। ਪਹਿਲੇ ਸਣੇ ਸਾਹਿਬ ਕੀਆ, ਦੂਜੇ ਰੰਗ ਚੜਾ, ਕਿਲਾ ਤੋੜਨਾ ਲਾਹੌਰ ਦਾ ਗੁਰਾ ਦਿੱਤਾ ਫਰਮਾ। ਸੁੱਖਾ ਲੜਾਕੀ ਰੋਡੇ, ਖਸਕਾਸ ਰਗੜ ਕੇ ਸਾਹਿਬ ਕੀਆ ਦੀਵਾਰ। ਬਾਕੀ ਲੁਕਦਾ ਜੋ ਬਜਾ ਛਰਮਲੇ ਤੇ ਝਾੜ, ਆਇਆ ਮਲੇਛਾ ਲੁਕਦਾ ਤੇਰੇ ਬਾਲ ਬਜੇ ਨੂੰ ਸੁੱਖਾ ਕੋਟ ਕੇ ਪੀਣਾ ਅਤੇ ਪਿਆਉਣਾ ਨਿਹੰਗ ਸਿੰਘਾਂ ਦੇ ਵਰਤਾਰੇ ਦਾ ਅਟੁੱਟ ਹਿੱਸਾ ਹੈ। ਇਹ ਉਹਨਾਂ ਨੂੰ ਦੁਸ਼ਮਣ ਨਾਲ ਲੜ ਮਰਨ ਦੀ ਪ੍ਰੇਰਨਾ ਦਿੰਦਾ ਹੈ। ਇਸੇ ਲਈ ਉਹ ਉਸ ਨੂੰ ਸ਼ਹੀਦੀ ਦੇਗ ਵੀ ਕਹਿੰਦੇ ਹਨ ਅਤੇ ਸੁਖ ਨਿਧਾਨ ਦਾ ਦਰਜਾ ਵੀ ਦਿੰਦੇ ਹਨ। ਉਹ ਸਿੰਘਾਂ ਕੋ ਜਾਊਗਾ ਝੜ ਕੇ, ਲੱਗਾ ਹੁਣ ਗੋਲਾ, ਨਾ ਛੰਡਾ ਕੰਨ ਨਾ ਖੋਲਾ, ਗੱਜ ਗੱਜ ਕਰ ਜਾਵੇ ਫੱਤੇ ਭਾਵੇ। ਹਾਂ ਸ੍ਰੀ ਅਕਾਲ। ਲੰਗਰ ਬਣਾ ਕੇ ਸਭ ਨੂੰ ਛਕਾਉਣਾ ਸਿੱਖ ਧਰਮ ਦੀ ਅਨੂਠੀ ਪਰੰਪਰਾ ਹੈ। ਲੰਗਰ ਨੂੰ ਦੇਗ ਵੀ ਕਿਹਾ ਜਾਂਦਾ ਹੈ। ਇਸੇ ਲਈ ਨਿਹੰਗ ਦੇਗ ਤੇਗ ਫਤਿਹ ਦਾ ਜੈਕਾਰਾ ਵੀ ਲਾਉਂਦੇ ਹਨ। ਲੰਗਰ ਦਾ ਸੰਬੰਧ ਦੇਗ ਨਾਲ ਹੈ ਤੇ ਤੇਗ ਦਾ ਸੰਬੰਧ ਯੁੱਧ ਨਾਲ।
ਇਹ ਗੁਰੂ ਮਹਾਰਾਜ ਦਾ ਹੁਕਮ ਹੈ, ਦੇਗ ਤੇ ਜਗ ਮੈਂ ਦੋ ਚਲੈ। ਖਾਲਸੇ ਪੰਥ ਨੂੰ ਗੁਰੂ ਮਹਾਰਾਜ ਦਾ ਹੁਕਮ ਹੈ ਦੇਗ ਚਲਾਣੀ। ਜਦੋਂ ਵੀ ਸਿੰਘ ਜੰਗਲਾਂ ਵਿੱਚ ਕਾਹਨੂਵਾਲ ਦੇ ਸ਼ਾਮ ਵਿੱਚ ਵੀ ਰਹਿੰਦੇ ਸਨ, ਉਧਰ ਵੀ ਬੀਕਾਨੇਰ ਵਿੱਚ ਵੀ ਰਹਿੰਦੇ ਸਨ। ਲੰਗਰ ਜਿਹੜਾ ਹੈ ਹਮੇਸ਼ਾ ਨਗਾਰੇ ਤੇ ਚੋਟ ਲਾ ਕਰਕੇ ਵਰਤਾਇਆ ਜਾਂਦਾ, ਤਿਆਰ ਕਰਕੇ ਅਰਦਾਸ ਬੇਨਤੀ ਸਤਿਗੁਰੂ ਅੱਗੇ ਕਰਕੇ, ਫਿਰ ਨਗਾਰੇ ਤੇ ਚੋਟ ਲਾ ਕਰਕੇ ਫਿਰ ਨਗਾਰਾ ਵਜਾਇਆ ਜਾਂਦਾ ਸਾਰੇ ਆਲ ਦਾ ਸੂਚਨਾ ਦੇਣ ਵਾਸਤੇ ਵੀ ਭਾਈ ਲੰਗਰ ਤਿਆਰ ਹੈ, ਜਿਹੜਾ ਮਰਜ਼ੀ ਆ ਕੇ ਲੰਗਰ ਛਕੋ। ਉਸ ਵੇਲੇ ਬੇਸ਼ੱਕ ਦੁਸ਼ਮਣ ਦਾ ਮੁਸਲ ਪਠਾਨ ਕੋਈ ਵੀ ਹੋਵੇ ਲੰਗਰ ਛਕਦੇ ਰਹੇ ਤੇ ਹੁਣ ਵੀ ਛਕ ਸਕਦੇ ਹਨ, ਕਿਸੇ ਨੂੰ ਕੋਈ ਇਸ ਗੱਲ ਦੀ ਮਨਾਹੀ ਨਹੀਂ, ਸਾਰਿਆਂ ਨੂੰ ਸਾਂਝਾ ਸੱਦਾ ਦਿੱਤਾ ਜਾਂਦਾ। ਨਿਹੰਗ ਸਿੰਘਾਂ ਦਾ ਆਪਣਾ ਦੰਡ ਵਿਧਾਨ ਹੈ। ਉਸੇ ਮੁਤਾਬਕ ਦੋਸ਼ੀਆਂ ਨੂੰ ਸਜ਼ਾ ਸੁਣਾਈ ਜਾਂਦੀ ਹੈ ਅਤੇ ਨਿਹੰਗ ਬਾਣਾ ਦਾਗੀ ਹੋਣ ਤੋਂ ਬਚਾਇਆ ਜਾਂਦਾ ਹੈ। ਅਸੀਂ ਰਸ ਕੇ ਕਰਦੇ ਸੀ ਸਿੱਧਾ ਕਿਹਨੂੰ ਵੇ ਕਹਿੰਦੇ ਬਕਦਾ ਤੁਹਾਨੂੰ ਲੀੜਾ ਨਹੀਂ ਮਿਲਦਾ, ਤੁਹਾਨੂੰ ਰੋਜੀ ਨਹੀਂ ਮਿਲਦੀ, ਜਲ ਪਾਣੀ ਨਹੀਂ ਮਿਲਦਾ, ਕੋਈ ਜਿਹੜੀ ਗੱਲੋਂ ਤੰਗ ਹੋਏ ਸਾਰੇ ਇੱਥੇ ਸਾਡੀ ਜਿਹੜੀ ਗੁਰਸਿੱਖਾਂ ਦੀ ਰੀਤ ਆ ਉਹ ਫੜੋ ਤੇ ਡਾਕੇ ਮਾਰਨੇ, ਸਾਨੂੰ ਬਦਨਾਮ ਕਰਾਉਣਾ ਪੰਥ ਨੂੰ। ਉਹ ਤਾਂ ਤੁਹਾਡੀਆਂ ਸੇਵਾ ਕਰਨ, ਤੁਹਾਡੇ ਪੜਾ ਲਾਉਣ ਤੇ ਕੰਜਰੋ ਤੁਸੀਂ ਉਹ ਗੋਲਕਾ ਭੰਨੋ। ਹੈਂ ਚੜ੍ਹਨ ਨੂੰ ਤੁਹਾਨੂੰ ਘੋੜੇ ਮਿਲੇ ਨੇ, ਰਾਸ਼ਨ ਪਾਣੀ ਦਾ ਫਿਕਰ ਕੋਈ ਨਹੀਂ, ਲਿਆਉਣ ਦੇਣ ਦਾ ਫਿਕਰ ਕੋਈ ਨਹੀਂ। ਬਾਬਾ ਜੀ ਕਰਮ ਕੀ ਕਰਦੇ ਹੋ? ਬਾਬਾ ਜੀ ਮੇਰਾ ਇਹ ਮੁੜ ਕੇ ਲਾਂਭਾ ਆਇਆ ਨਾ ਮੇਰੇ ਕੋਲ, ਇਹ ਤਾਂ ਗਾਹਾਂ ਵੇਖਾਂਗੇ ਨਾ ਸਮਾਂ ਜੈਸਾ ਹੋਊਗਾ। ਤੇ ਤੁਸੀਂ ਫਿਰ ਇਹਨਾਂ ਨੂੰ ਕੀ ਹੁਣ ਦੰਡ ਦਿਓਗੇ, ਕਿਵੇਂ ਇਹਨਾਂ ਦਾ ਸੁਧਾਰ ਕਰੋਗੇ? ਜੋ ਵਿਚਾਰ ਹੋਵੇਗੀ ਬਾਬਾ ਜੀ ਦੇ ਨਾਲ ਵਿਚਾਰ ਕੇ ਫਿਰ ਇਹਨਾਂ ਨੂੰ ਦੰਡ ਦਿੱਤਾ ਜਾਊ, ਜੋ ਯੋਗ ਦੰਡ ਦਿੱਤਾ ਜਾਊ। ਖਾਲਸੇ ਦਾ ਦੰਡ ਇੰਨਾ ਕੀ ਹੁੰਦਾ, ਜਾਂ ਉਹਨੂੰ ਸੇਵਾ ਲਾ ਦੇਣੀ, ਜਾਂ ਉਹਨੂੰ ਬਾਣੀ ਲਾ ਦੇਣੀ ਵੀ ਤੂੰ ਬਾਣੀ ਪੜ੍ਹਨੀ ਹੈ, ਤੂੰ ਬਾਣੀ ਕੰਠ ਕਰਨੀ ਹੈ, ਜਾਂ ਤੂੰ ਕੋਈ ਸਿੰਘਾਂ ਦੀ ਹੋਰ ਸੇਵਾ ਕਰਨੀ, ਘੋੜਿਆਂ ਦੀ ਲਿੱਦ ਹਟਾਉਣੀ ਹੈ, ਜਾਂ ਘੋੜਿਆਂ ਨੂੰ ਪਾਣੀ, ਇਹੋ ਜਿਹੀ ਸੇਵਾ ਹੁੰਦੀ। ਹੋਰ ਕਤਲ ਥੋੜੋ ਇਹਨਾਂ ਨੂੰ ਕਰਨਾ, ਗੋਲੀ ਥੋੜੋ ਇਹਨਾਂ ਨੂੰ ਮਾਰਨੀ। ਸਮਝਾਉਣਾ ਹੀ ਇਸੇ ਦੇ ਰਸਤੇ ਪਾਉਣਾ, ਜਿਵੇਂ ਕਿਤੇ ਜਿਸ ਤਰ੍ਹਾਂ ਹਿਸਾਬ ਨਾਲ ਪੈ ਸਕਣ। ਜਿਹੜਾ ਮੁੜ ਇਹੋ ਜੀ ਵਗਿਆ ਕਰੀ ਜਾਵੇ ਫਿਰ ਉਹਦਾ ਕੀ ਕਰਦੇ? ਫਿਰ ਉਹਨੂੰ ਅਸੀਂ ਬਾਹਰ ਕੱਢਦੇ। ਇੰਨੀ ਸ਼ਕਤੀ ਤੇ ਗਿਣਤੀ ਦੇ ਹੁੰਦਿਆਂ ਵੀ ਨਿਹੰਗ ਸਿੰਘ ਹਮੇਸ਼ਾ ਧਰਮ ਦੇ ਹੀ ਪੈਰੋਕਾਰ ਰਹੇ ਹਨ। ਉਹਨਾਂ ਲਈ ਧਰਮ ਹੀ ਸਭ ਤੋਂ ਵੱਡਾ ਸੱਚ ਹੈ। ਪਰ ਅੱਜ ਦੇ ਸਮੇਂ ਵਿੱਚ ਉਹਨਾਂ ਦੀ ਸਿਆਸੀ ਦਿਲਚਸਪੀ ਕੀ ਹੈ? ਨਿਹੰਗ ਸਿੰਘਾਂ ਦੀ ਨਿਹੰਗ ਸਿੰਘ ਜੋ ਪੁਰਾਤਨ ਹਨ, ਜੋ ਅਸਲ ਗੁਰੂ ਮਹਾਰਾਜ ਦੇ ਮਰਜ਼ਾਦਾ ਅਨੁਸਾਰ ਚੱਲਦੇ ਹਨ, ਉਹਨਾਂ ਦੀ ਸਿਆਸੀ ਕੋਈ ਸੰਬੰਧ ਨਹੀਂ ਹੈ, ਨਾ ਰੱਖਦੇ ਹਨ। ਨਾ ਅਸੀਂ ਹਰੀਆਂ ਵੇਲਾਂ ਵਾਲੇ ਵੀ ਸਿਆਸਤ ਨਾਲ ਕੋਈ ਸੰਬੰਧ ਨਹੀਂ ਰੱਖਦੇ। ਸਿਆਸਤ ਨਾਮ ਝੂਠ ਦਾ ਹੈ। ਗੁਰੂ ਗ੍ਰੰਥ ਸਾਹਿਬ ਦੇ 1430 ਪੰਨਿਆਂ ਦੇ ਵਿੱਚ ਕਿਤੇ ਝੂਠ ਨੂੰ ਰਤੀ ਭਰ ਥਾਂ ਨਹੀਂ। ਜੇ ਹੈ ਤੇ ਕੋਈ ਕੱਢ ਕੇ ਵਿਖਾਏ, ਤੇ ਜੇ ਝੂਠ ਨੂੰ ਥਾਂ ਨਹੀਂ ਤੇ ਅਸੀਂ ਉਹ ਸਿਆਸਤ ਨੂੰ ਖਾਮਖਾ ਕਿਉਂ ਆਪਣੇ ਅੰਦਰ ਲਿਆਵੀਏ? ਜਿਹੜੇ ਲੋਕ ਸਿਆਸਤ ਦੇ ਭੁੱਖੇ ਨੇ ਉਹ ਝੂਠ ਮਾਰ ਕੇ ਰਾਜ ਲੈਂਦੇ ਨੇ, ਲੋਕੀ ਕਤਲ ਹੁੰਦੇ ਨੇ, ਲੜਾਈਆਂ ਹੁੰਦੀਆਂ ਨੇ, ਝਗੜੇ ਹੁੰਦੇ ਨੇ। ਇਸ ਰਾਜ ਦੀ ਸਾਨੂੰ ਲੋੜ ਨਹੀਂ। ਨਿਹੰਗ ਸਿੰਘ ਜੀ ਇੰਨੇ ਸ਼ਕਤੀਸ਼ਾਲੀ, ਇੰਨੇ ਸ਼ਸਤਰਧਾਰੀ, ਪਰ ਇਹਨਾਂ ਨੇ ਕਦੀ ਕੋਈ ਰਾਜਨੀਤਿਕ ਤਾਕਤ ਲੈਣ ਦੀ ਕੋਸ਼ਿਸ਼ ਨਹੀਂ ਕੀਤੀ। ਐਸਾ ਕਿਉਂ? ਖਾਲਸਾ ਪਹਿਲਾਂ ਤੋਂ ਹੀ ਧਰਮ ਯੁੱਧ ਵਾਸਤੇ ਤਾਂ ਤਿਆਰ ਰਿਹਾ। ਕੋਈ ਐਸੇ ਕੋਈ ਸਿਆਸੀ ਕੰਮਾਂ ਦੇ ਵਿੱਚ ਖਾਲਸਾ ਪੰਥ ਨਹੀਂ ਪਿਆ। ਧਾਰਮਿਕ ਯੁੱਧਾਂ ਵਾਸਤੇ ਤਾਂ ਖਾਲਸਾ ਤਿਆਰ ਹੀ ਰਹਿੰਦਾ। ਇਹ ਸਤਿਗੁਰੂ ਜੀ ਦਾ ਕਹਿਣਾ ਵੀ ਹੈ ਬਈ ਗਰੀਬ ਗੁਰਬੇ ਦੀ ਰੱਖਿਆ ਕਰਨੀ ਹੈ। ਰਾਜਨੀਤੀ ਨੂੰ ਇਕੱਠਾ ਕੋਈ ਧਰਮਾਤਮਾ ਬੰਦਾ ਰੱਖ ਸਕੇ ਤਾਂ ਰੱਖ ਸਕੇ, ਨਹੀਂ ਤੇ ਝੂਠ ਤੇ ਸੱਚ ਇਕੱਠਾ ਨਹੀਂ ਰਹਿ ਸਕਦਾ। ਰਾਮਚੰਦਰ ਤੇ ਕ੍ਰਿਸ਼ਨ ਦੋ ਬਾਦਸ਼ਾਹ ਹੋਏ ਨੇ ਜਿਨ੍ਹਾਂ ਰਾਜਨੀਤੀ ਨੂੰ ਇਕੱਠਾ ਰੱਖਿਆ। ਜੇ ਕਿ ਰਾਮਚੰਦਰ ਰਾਜਨੀਤੀ ਨੂੰ ਇਕੱਠਾ ਰੱਖ ਕੇ ਜੇ ਉਹਦੇ 'ਚ ਆਪਣਾ ਨੀਤੀ ਇਹ ਹੀ ਹੁੰਦੀ ਭਰਾ ਮਾਰਨ ਵਾਲੀ, ਤੇ ਭਰਤ ਨੂੰ ਮਾਰ ਕੇ ਉੱਥੇ ਬਹਿ ਸਕਦੇ ਹਨ। ਉਹਨਾਂ ਨੂੰ 14 ਬਰਸ ਬਨਵਾਸ ਕੱਟਣ ਦੀ ਕੀ ਲੋੜ ਸੀ? ਪਰ ਨਹੀਂ, ਉਹ ਧਰਮੀ ਵੀ ਸਨ ਤੇ ਰਾਜੇ ਵੀ ਸਨ। ਹੁਣ ਜਿਹੜੇ ਰਾਜੇ ਨੇ ਹੁਣ ਦੇ ਉਹ ਧਰਮੀ ਨਹੀਂ ਤੇ ਰਾਜੇ ਹਨ। ਧਰਮ ਤੋਂ ਬਿਨਾ ਗੱਲ ਨਹੀਂ ਬਣਦੀ। ਧਰਮ ਤੋਂ ਬਿਨਾ ਮਨੁੱਖ ਜਿਹੜਾ ਅਧੂਰਾ ਹੈ। ਅਸੀਂ ਰਾਜ ਦੇਣ ਵਾਲਿਆਂ, ਅਸੀਂ ਲੈਣ ਵਾਲੇ ਰਾਜ ਨਹੀਂ, ਅਸੀਂ ਬਖਸ਼ਣ ਵਾਲਿਆਂ ਰਾਜ। ਸਾਡੇ ਕੋਲੋਂ ਰਾਜ ਮੰਗਦੇ ਨੇ ਆਣ ਕੇ ਗੋਡੇ ਟੇਕ ਕੇ ਵੀ ਰਾਜ ਦਿਓ। ਖਾਲਸੇ ਦੀ ਅਰਦਾਸ ਪ੍ਰਵਾਨ ਹੈ। ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ, ਪੰਚਾਂ ਕਾ ਗੁਰ ਏਕ ਧਿਆਨ। ਪੰਜ ਸਿੰਘਣ ਤੇ ਅਰਦਾਸ ਕਰਾਵੋ, ਜੋ ਵਰ ਮੰਗੋ ਸੋ ਵਰ ਪਾਵੋ। ਤੇ ਅਸਾਂ ਕਿਹਦੇ ਕੋਲ ਰਾਜ ਮੰਗਣਾ? ਮੰਗਤਿਆਂ ਕੋਲ ਰਾਜ ਕੀ ਮੰਗਣਾ? ਜਿਹੜੇ ਦੁਨੀਆ ਦੇ ਮੰਗਤੇ ਨੇ ਉਹਨਾਂ ਕੋਲ ਅਸਾਂ ਕੀ ਲੈਣਾ? ਸਾਡੇ ਕੋਲ ਨੇਚਰ ਰਾਜ ਦੇ ਬੇਗਮਪੁਰਾ ਸ਼ਹਿਰ ਕੋ ਨਾ। ਇਸ ਰਾਜ ਦੀ ਸਾਨੂੰ 3 ਗੁਣੀ ਸੰਸਾਰ ਦੇ ਰਾਜ ਦੀ ਲੋੜ ਨਹੀਂ, ਜਿਹਦੇ 'ਚ ਰੋਜ਼ ਬੰਦੇ ਮਰਨ ਤੇ ਰੋਜ਼ ਮਾਰਨ। ਇਹ ਕੋਈ ਰਾਜ ਹੈ? ਅਸਾਂ ਇਹਨਾਂ ਦੁਨੀਆ ਦੇ ਬੰਦਿਆਂ ਕੋਲੋਂ ਰਾਜ ਨਹੀਂ ਲੈਣਾ। ਸਾਨੂੰ ਰਾਜ ਅਕਾਲ ਪੁਰਖ ਨੇ ਦੇਣਾ ਤੇ ਸੱਚ ਦਾ ਰਾਜ ਦੇਣਾ। ਤੇ ਸਾਡੇ ਰਾਜ ਵਿੱਚ ਕੋਈ ਦੁਖੀ ਨਹੀਂ ਰਹਿਣਾ। ਕੁੱਲੀ ਗੁੱਲੀ ਤੇ ਜੁੱਲੀ, ਇਹਦੇ ਤੋਂ ਕੋਈ ਭੁੱਖਾ ਨਿਰਾਸ਼ਾ ਨਹੀਂ ਰਹੇਗਾ। ਮਾਇਆ ਇਕੱਠੀ ਕਰਕੇ ਦੇਵੇਂਗੇ ਲੰਗਰ ਲਾਇਕ, ਨੰਗਾ ਭੁੱਖਾ ਰਸੀਆ ਖਾਲੇ ਹੀ ਕੋਈ ਨਾ ਜਾਏ।
ਸਾਡੇ ਰਾਜ ਦੇ ਵਿੱਚ ਕੋਈ ਖਾਲੀ ਨਹੀਂ ਜਾਏਗਾ, ਨੰਗਾ ਨਹੀਂ ਰਹੇਗਾ, ਭੁੱਖਾ ਨਹੀਂ ਰਹੇਗਾ। ਇਹਨਾਂ ਦੇ ਰਾਜ ਦੇ ਵਿੱਚ ਤਾਂ ਲੋਕ ਕਰੋਨਾ ਭੁੱਖੇ ਲੱਗੇ ਫਿਰਦੇ ਨੇ, ਸਟੇਸ਼ਨਾਂ ਤੇ ਪਏ ਨੇ, ਚੌਪੜੀਆਂ 'ਚ ਪਏ ਨੇ। ਓ ਖੁਸ਼ੀਆਂ ਦੇ ਜਨਕਾਰ ਇੱਕ ਜਾਵੇ ਗੁਰੂ ਤੇਗ ਬਹਾਦਰ ਦੇ, ਬਾਬਾ ਜੀਵਨ ਸਿੰਘ ਦੇ, ਗੁਰੂ ਗੋਬਿੰਦ ਸਿੰਘ, ਗੁਰੂ ਹਰਗੋਬਿੰਦ ਸਾਹਿਬ, ਬਾਬੇ ਨਾਨਕ ਦੇ, ਗੁਰੂ ਗ੍ਰੰਥ ਸਾਹਿਬ ਪੰਥ ਦੇ, ਮਨ ਨੂੰ ਭਾਵੇ ਵਾਹਨ ਸਿੰਗਾਰੇ ਰਹੇ, ਵਾਹਨ ਸਿੰਗਾਰੇ ਰਹੇ, ਬਾਜਤੇ ਨਗਾਰੇ ਰਹੇ, ਵਾਹਨ ਸਿੰਗਾਰੇ ਰਹੇ, ਬਾਜਤੇ ਨਗਾਰੇ ਰਹੇ। ਨਿਹੰਗ ਸਿੰਘ ਆਪਣੀ ਪਰੰਪਰਾ ਦਾ ਅਜਾਇਬ ਕਰ ਹੀ ਨਹੀਂ, ਬਲਕਿ ਉਸ ਪਰੰਪਰਾ ਨੂੰ ਜਿਉਣ ਦੀ ਅਮਿੱਟ ਲਾਲਸਾ ਵੀ ਹਨ। ਉਹ ਮੋਹ ਮਾਇਆ ਤੋਂ ਮੁਕਤ ਅਜਿਹੇ ਪਾਂਦੀ ਹਨ ਜੋ ਹਮੇਸ਼ਾ ਗੁਰੂ ਨੂੰ ਆਪਣੇ ਰੂਬਰੂ ਦੇਖਦੇ ਹਨ। ਨਿਹੰਗਾਂ ਦਾ ਪੰਥ ਸਿੱਖ ਇਤਿਹਾਸ ਤੇ ਸਿੱਖ ਵਿਸ਼ਵਾਸ ਦੀ ਉਹ ਜਿਉਂਦੀ ਜਾਗਦੀ ਤਸਵੀਰ ਹੈ ਜਿਸ ਵਿੱਚ ਅਥਾਹ ਤਾਕਤ, ਆਸਥਾ ਅਤੇ ਸੁਹਿਰਦਤਾ ਦੀ ਧੜਕਣ ਮਹਿਸੂਸ ਕੀਤੀ ਜਾ ਸਕਦੀ ਹੈ। ਅਜਿਹੀ ਤਸਵੀਰ ਜਿਸ ਤੇ ਮੂੰਹ ਬੋਲਦੇ ਰੰਗ ਸਾਖੀ ਭਰਦੇ ਨੇ ਕਿ ਅੱਜ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਉੱਚੇ ਨਿਸ਼ਾਨ ਆਕਾਸ਼ ਵਿੱਚ ਝੂਲ ਰਹੇ ਹਨ ਤੇ ਸਰਬੱਤ ਤੇ ਭਲੇ ਦੀ ਧੁਨੀ ਪੈਦਾ ਕਰ ਰਹੇ ਹਨ। ਝੂਲਤੇ ਨਿਸ਼ਾਨ ਰਹੇ ਸੱਚੇ ਪਾਤਸ਼ਾਹ ਕੇ, ਝੂਲਤੇ ਨਿਸ਼ਾਨ ਰਹੇ ਸੱਚੇ ਪਾਤਸ਼ਾਹ ਕੇ, ਝੂਲਤੇ ਨਿਸ਼ਾਨ ਰਹੇ ਸੱਚੇ ਪਾਤਸ਼ਾਹ ਕੇ, ਝੂਲਤੇ ਨਿਸ਼ਾਨ ਰਹੇ ਸੱਚੇ ਪਾਤਸ਼ਾਹ ਕੇ।